ਤੁਸੀਂ ਕਦੇ ਸੋਚਿਆ ਸੀ ਵੀ ਇਦਾਂ ਦਾ ਰੌਲਾ ਪੈ ਸਕਦਾ? ਕੁਝ ਸੋਚ ਕੇ ਲਿਖਿਆ ਸੀ ਜਾਂ ਅਚਨਚੇਤੇ ਸਾਰਾ ਕੁਝ ਹੋ ਗਿਆ? ਇਹਦੇ ਵਿੱਚ ਧਰਮ ਤਾਂ ਪਹਿਲੀ ਗੱਲ ਲਿਆਉਣ ਦੀ ਲੋੜ ਹੀ ਨਹੀਂ ਸੀਗੀ ਹੈਗੀ। ਇਹ ਤਾਂ ਸਿੱਧੀ ਅਪਰ ਕਾਸਟ ਲੋਅਰ ਕਾਸਟ ਦੀ ਗੱਲ ਸੀਗੀ। ਇਹ ਹੁਣ ਪੱਖਵਾਦ ਦੀ ਸੋਚ ਆ ਜਾਂ ਰਲਾਉਣ ਵਾਲੀ ਸੋਚ ਆ, ਇਹ ਹੁਣ ਤੁਸੀਂ ਤੈਅ ਕਰਕੇ ਦੱਸੋ ਮੈਨੂੰ। ਕਹਿਣ ਦਾ ਸਾਰਾ ਭਾਵ ਉਹਨਾਂ ਵੀਰਾਂ ਵਾਸਤੇ ਸੀਗਾ ਕਿ ਜਿਹੜੇ ਸਾਡੇ ਵਾਸਤੇ ਸਾਡੇ ਲਈ ਇੰਨੀ ਮਿਹਨਤ ਕਰਦੇ ਆ, ਤਾਂ ਅਸੀਂ ਹੁਣ ਉਹਨਾਂ ਨੂੰ ਕੀ ਦੇ ਰਹੇ ਹੈਗੇ। ਉਹ ਲੋਕ ਕਹਿੰਦੇ ਆ ਵੀ ਭਾਈ ਅਸੀਂ ਤਾਂ ਇਹ ਮੂਤ ਪੀ ਕੇ, ਅਸੀਂ ਪਿਸ਼ਾਬ ਪੀ ਕੇ ਤੰਦਰੁਸਤੀ ਦਾ ਰਾਜ ਜਾਣਦੇ ਆ। ਅਸੀਂ ਤਾਂ ਜੀ ਪੱਥਰਾਂ ਦੇ ਉੱਤੇ ਦੁੱਧ ਤਾਂ ਪਾਉਂਦੇ ਆ ਕਿਉਂਕਿ ਸਾਡੀ ਸੰਸਕ੍ਰਿਤੀ ਇਹ ਗੱਲ ਕਹਿੰਦੀ ਆ। ਤੁਹਾਨੂੰ ਨਿੱਜੀ ਤੌਰ ਦੇ ਉੱਤੇ ਫੋਨ ਕਰਕੇ ਧਮਕੀਆਂ ਆਈਆਂ ਕਿ ਨਹੀਂ? ਦਬਾਉਣ ਦੀਆਂ ਕੋਸ਼ਿਸ਼ਾਂ ਤਾਂ ਬਹੁਤ ਨੇ ਭਾਜੀ। ਅੜਿਆ ਕਹਿ ਲਓ ਜਾਂ ਸਥਿਰ ਕਹਿ ਲਓ ਕਿ ਮੈਂ ਜੋ ਕਿਹਾ ਉਹ ਗਲਤ ਨਹੀਂ ਕਿਹਾ। ਜਦੋਂ ਮੈਂ ਲਿਖਿਆ ਸੀ, ਜੇ ਮੈਨੂੰ ਪਤਾ ਹੁੰਦਾ ਗਲਤ ਆ ਫਿਰ ਮੈਂ ਲਿਖਦਾ ਹੀ ਕਿਉਂ? ਅੱਗੇ ਤੋਂ ਸੱਚ ਲਿਖਣ ਦੇ ਉੱਪਰ ਤੁਸੀਂ ਤਤਪਰ ਰਹੋਗੇ ਜਾਂ ਨਹੀਂ? ਅੱਗੇ ਤੋਂ ਇਹੋ ਜਿਹੇ ਗੀਤ ਹੋਰ ਲੈ ਕੇ ਆਓਗੇ ਜਾਂ ਨਹੀਂ? ਅੱਜ ਅਸੀਂ ਕਹਿੰਦੇ ਹਾਂ ਕਿ ਅਸੀਂ ਇੱਕ ਡੈਮੋਕ੍ਰੇਸੀ ਦੇ ਵਿੱਚ ਜੀਂਦੇ ਹਾਂ, ਹੈ ਨਾ, ਪਰ ਇਹ ਡੈਮੋਕ੍ਰੇਸੀ ਨਹੀਂ ਹੈਗੀ, ਸੌਰੀ ਟੂ ਸੇ। ਸੋ ਮੈਂ ਤਾਂ ਸਿੱਧੇ ਤੌਰ ਤੇ ਕਹਿੰਦਾ ਕਿ ਮੈਂ ਆਪਣੀ ਸੋਚ ਤੇ ਖੜਾ ਹਾਂ, ਮੈਂ ਕਾਇਮ ਹਾਂ। ਤੁਹਾਡੇ ਉੱਤੇ ਵੀ ਪਰਚਾ ਦਰਜ ਹੋ ਗਿਆ ਜਾਂ ਹੋਣਾ, ਜਾਂ ਸਿਰਫ ਸ਼ਿਕਾਇਤ ਹੋਈ ਹੈ ਹਾਲੇ? ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਚੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਚੜ੍ਹਦੀ ਕਲਾ। ਅੱਜ ਅਸੀਂ ਇੱਕ ਬੇहद ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਤੇ ਮੈਂ ਚਾਹੁੰਦੀ ਹਾਂ ਵੀ ਤੁਸੀਂ ਵੀ ਵਿਸਥਾਰਪੂਰਵਕ ਇਹਦੇ ਬਾਰੇ ਦੇਖੋ ਹਰਮਨ ਜੀ, ਗੱਲ ਇਹ ਹੈ ਵੀ ਜਦੋਂ ਹੁਣ ਚੌਂ ਪਾਸੇ ਕਰੋਨਾ 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 ਕਰੋਨਾ, ਇਹਦੇ ਤੋਂ ਬਿਨਾਂ ਕੋਈ ਖਬਰ ਹੀ ਨਹੀਂ ਸਾਹਮਣੇ ਆਉਂਦੀ ਜੀ। ਇਸੇ ਦਰਮਿਆਨ ਪੰਜਾਬੀ ਗਾਇਕੀ ਦੇ ਵਿੱਚ ਇੱਕ ਹਿਲਜੁਲ ਜੀ ਹੋਈ ਹੈ। ਇੱਕ ਗੀਤ ਦਾ ਵਿਵਾਦ ਪੈਦਾ ਹੋਇਆ। ਉਸ ਗੀਤ ਦੇ ਵਿਵਾਦ ਤੋਂ ਬਾਅਦ ਕਈ ਲੋਕਾਂ ਨੇ ਪ੍ਰਤੀਕਿਰਿਆ ਬੜੀ ਤਿੱਖੀ ਦਿੱਤੀ ਹੈ। ਕੁਝ ਲੋਕ ਹੱਕ ਦੇ ਵਿੱਚ ਆ, ਕੁਝ ਕੁ ਲੋਕ ਖਿਲਾਫ ਹੋ ਗਏ ਆ। ਨਿੱਜੀ ਤੌਰ ਦੇ ਉੱਤੇ ਮੈਨੂੰ ਇਹ ਲੱਗਦਾ ਵੀ ਉਸ ਗਾਣੇ ਦੇ ਵਿੱਚ ਕੁਝ ਗਲਤ ਨਹੀਂ ਹੈ, ਕਿਉਂਕਿ ਕਿਸੇ ਵੀ ਧਰਮ ਦੇ ਉੱਤੇ ਕੋਈ ਵਿਸ਼ੇਸ਼ ਟਿੱਪਣੀ ਨਹੀਂ ਕੀਤੀ। ਉਚੇਚੇ ਤੌਰ ਦੇ ਉੱਤੇ ਕਿਸੇ ਵੀ ਧਰਮ ਦੇ ਬਾਬਤ ਕੋਈ ਗਲਤ ਗੱਲ ਨਹੀਂ ਕੀਤੀ ਗਈ। ਸੋ ਰਣਜੀਤ ਬਾਵੇ ਦਾ ਜਿਹੜਾ ਗਾਣਾ ਮੇਰਾ ਕੀ ਕਸੂਰ, ਉਹਦੇ ਨਾਲ ਸੰਬੰਧਿਤ ਵਿਵਾਦ ਦੀ ਅਸੀਂ ਬਾਤ ਪਾਉਣੀ ਹੈ ਇੱਥੇ ਵੀ ਕੀ ਉਹ ਵਾਜਬ ਹੈ ਤੇ ਜਾਂ ਉਹ ਗੈਰ ਵਾਜਬ ਹੈ। ਇਸ ਗਾਣੇ ਨੂੰ ਹਰਮਨ ਜੀ ਲਿਖਿਆ ਹੈਗਾ ਵੀਰ ਸਿੰਘ ਹੋਰਾਂ ਨੇ। ਨਿੱਜੀ ਤੌਰ ਦੇ ਉੱਤੇ ਮੈਂ ਉਹਨਾਂ ਦੀ ਬੜੀ ਕਦਰ ਕਰਦਾ, ਬੜਾ ਸਤਿਕਾਰ ਕਰਦਾ, ਕਿਉਂਕਿ ਉਹ ਸੱਚੀ ਮੁੱਚੀ ਸੰਜੀਦਾ ਇਨਸਾਨ ਹੈ। ਉਹਨਾਂ ਨੇ ਹੁਣ ਤੱਕ ਬਹੁਤ ਸਾਰੇ ਚੰਗੇ ਗੀਤਾਂ ਦੀ ਰਚਨਾ ਕੀਤੀ ਹੈ। ਉਹਨਾਂ ਦੇ ਬਹੁਤ ਸਾਰੇ ਗਾਣੇ ਅਮਰਿੰਦਰ ਗਿੱਲ ਹੋਰਾਂ ਨੇ ਗਾਏ ਆ, ਇਹ ਉਹਨਾਂ ਦੀ ਟੀਮ ਦਾ ਹਿੱਸਾ ਵੀ ਹੈ। ਸੋ ਵੀਰ ਸਿੰਘ ਹੋਰਾਂ ਦਾ ਲਿਖਿਆ ਹੋਇਆ ਮੇਰਾ ਕੀ ਕਸੂਰ, ਰਣਜੀਤ ਬਾਵਾ ਹੋਰਾਂ ਦਾ ਗਾਇਆ ਹੋਇਆ ਮੇਰਾ ਕੀ ਕਸੂਰ, ਇਨੀ ਦਿਨੀ ਵਿਵਾਦਾਂ ਦੇ ਵਿੱਚ ਹੈ। ਸੋ ਉਹ ਵਿਵਾਦ ਕਿਉਂ ਬਣ ਗਏ? ਕੀ ਲੱਗਦਾ ਸੀ ਵੀਰ ਸਿੰਘ ਨੂੰ ਕਿ ਇਹ ਵਿਵਾਦ ਪੈਦਾ ਹੋ ਸਕਦੇ ਆ? ਕੀ ਉਹਨਾਂ ਨੂੰ ਲੱਗਦਾ ਜੀ ਕਿ ਉਹਨਾਂ ਨੇ ਕਿਸੇ ਇੱਕ ਧਰਮ ਵਿਸ਼ੇਸ਼ ਦੇ ਉੱਤੇ ਜਾਣ ਬੁੱਝ ਕੇ ਟਿੱਪਣੀ ਕੀਤੀ ਹੈ? ਕੀ ਭਾਵਨਾਵਾਂ ਭੜਕਣ ਵਾਲੀ ਕੋਈ ਇਹਦੇ ਵਿੱਚ ਗੱਲ ਸੀ ਜਾਂ ਨਹੀਂ? ਆਪਾਂ ਇਸ ਵਿਸ਼ੇ ਦੇ ਉੱਤੇ ਚਾਨਣ ਪਾਉਣਾ ਜੀ। ਸੋ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਅਸੀਂ ਲੈਣੇ ਆ ਸਿੱਧਾ ਵੀਰ ਸਿੰਘ ਹੋਰਾਂ ਦੇ ਕੋਲੋਂ, ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਾਈ ਵੀਰ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਚੱਜ ਦਾ ਵਿਚਾਰ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ, ਬਹੁਤ ਦੁਆਵਾਂ, ਐਂਡ ਥੈਂਕ ਯੂ ਸੋ ਮਚ ਟਾਣਾ ਸਾਹਿਬ। ਭੈਣ ਜੀ ਦਾ ਵੀ ਬਹੁਤ-ਬਹੁਤ ਧੰਨਵਾਦ, ਤੁਸੀਂ ਮੈਨੂੰ ਇਸ ਕਾਲ ਤੇ ਲਿਆ ਜੀ। ਵੀਰ ਸਿੰਘ ਜੀ, ਆਪਾਂ ਇਸ ਵਕਤ ਆਪਾਂ ਜਾਣਦੇ ਹਾਂ ਕਿ ਕੰਪਿਊਟਰ ਦੇ ਰਾਹੀਂ, ਤਕਨੀਕ ਦੇ ਰਾਹੀਂ ਜੁੜੇ ਹੋਏ ਆ। ਜੇ ਅਸੀਂ ਨੇੜੇ ਹੁੰਦੇ ਤਾਂ ਹੋ ਸਕਦਾ ਵੀ ਤੁਹਾਡੇ ਨਗਰ ਖੇੜੇ ਦੇ ਵਿੱਚ ਆ ਕੇ ਜਾਂ ਤੁਹਾਨੂੰ ਜਲੰਧਰ ਬੁਲਾ ਕੇ ਆਪਾਂ ਮੁਲਾਕਾਤ ਕਰਦੇ। ਇਸ ਕਰਕੇ ਦਰਸ਼ਕਾਂ ਨੂੰ ਅਸੀਂ ਪਹਿਲੇ ਦੱਸ ਰਹੇ ਹਾਂ ਕਿ ਹੋ ਸਕਦਾ ਮਾੜੀ ਮੋਟੀ ਕੋਈ ਆਵਾਜ਼ ਦੀ ਜਾਂ ਕੋਈ ਫੋਟੋ ਦੀ ਕੋਈ ਊਣਤਾਈ ਨਜ਼ਰ ਆਵੇ, ਉਹਦੇ ਲਈ ਗੁਸਤਾਖੀ ਲਈ ਮਾਫੀ। ਵੀਰ ਸਿੰਘ ਜੀ, ਜਿਹੜਾ ਤੁਹਾਡਾ ਗਾਣਾ ਕਿ ਕੈਸੀ ਤੇਰੀ ਮੱਤ ਲੋਕਾਂ, ਕੈਸੀ ਤੇਰੀ ਬੁੱਧ ਆ, ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਨੂੰ ਦੁੱਧ ਹੈ, ਜੇ ਮੈਂ ਸੱਚ ਬਹੁਤਾ ਬੋਲਿਆ ਤਾਂ ਮੱਚ ਜਾਣਾ ਯੁੱਧ ਹੈ, ਗਰੀਬੜੇ ਦੀ ਛੋਹ ਮਾੜੀ, ਗਊ ਦਾ ਮੂਤ ਸ਼ੁੱਧ ਹੈ। ਇਹਨਾਂ ਸਤਰਾਂ ਦੇ ਉੱਤੇ ਬਹੁਤ ਵੱਡਾ ਵਿਵਾਦ ਪੈਦਾ ਹੋ ਗਿਆ। ਤੁਸੀਂ ਕਦੇ ਸੋਚਿਆ ਸੀ ਵੀ ਇਦਾਂ ਦਾ ਰੌਲਾ ਪੈ ਸਕਦਾ? ਕੁਝ ਸੋਚ ਕੇ ਲਿਖਿਆ ਸੀ ਜਾਂ ਅਚਨਚੇਤੇ ਸਾਰਾ ਕੁਝ ਹੋ ਗਿਆ? ਦੇਖੋ, ਜਦੋਂ ਆਪਾਂ ਕੋਈ ਗੱਲ ਕਰਦੇ ਆ, ਸੱਚੀ ਕਰਦੇ ਆ, ਹਨਾ, ਜਦੋਂ ਸਿਆਣੇ ਕਹਿੰਦੇ ਕਿ ਸੱਚ ਹਮੇਸ਼ਾ ਕੌੜਾ ਹੁੰਦਾ। ਪਹਿਲੀ ਗੱਲ ਤਾਂ ਮੈਂ ਇੱਥੋਂ ਫੇਰ ਇੱਕ ਗੱਲ ਕਹਿਣਾ ਵੀ ਇਹ ਕਿਸੇ ਧਰਮ ਜਾਂ ਕਿਸੇ ਇੱਕ ਸੰਪਰਦਾਇ ਦੇ ਅਗੇਂਸਟ ਨਹੀਂਗਾ। ਇਹ ਸਿਰਫ ਇੱਕ ਕਮੀਆਂ ਦੀ ਗੱਲ ਕੀਤੀ ਸੀਗੀ ਮੈਂ, ਕਿ ਜਿਹੜੇ ਕਮੀ ਨੇ, ਜਿਹੜੇ ਸਾਡੇ ਕਰਕੇ ਹੱਸ ਕੇ ਮੈਂ ਦੇਖਦਾ ਜਦੋਂ ਆ ਜੂਨ ਜੁਲਾਈ ਦੇ ਮਹੀਨੇ ਹੁੰਦੇ, ਸੜਕਾਂ ਬਣਦੀਆਂ ਹੁੰਦੀਆਂ, ਲੋਕ ਨਾਲ ਅੱਧੇ ਪੈਰ ਜਿਹੜੇ ਕਾਲੇ ਹੋਏ ਹੁੰਦੇ ਆ, ਹਨਾ, ਤਾਂ ਉਹ ਕਿਸ ਕਦਰ ਸਾਡੇ ਲਈ ਮਿਹਨਤ ਕਰ ਰਹੇ ਹੁੰਦੇ। ਗਟਰ ਦੇ ਵਿੱਚ ਛਾਲ ਮਾਰਨ ਲੱਗਿਆ ਉਹ ਸੋਚਦੇ ਨਹੀਂ, ਹਨਾ। ਠੀਕ ਆ, ਉਹਨਾਂ ਨੂੰ ਉਸ ਗੱਲ ਦੇ ਪੈਸੇ ਵੀ ਮਿਲਦੇ ਆ, ਪਰ ਅਸੀਂ ਉਹਨਾਂ ਨਾਲ ਘਿਰਣਾ ਨਹੀਂ ਕਰ ਸਕਦੇ ਹੈਗੇ। ਅਸੀਂ ਉਹਨਾਂ ਨੂੰ ਜੱਫੀ ਪਾਉਣ ਲੱਗਿਆ ਕਤਰਾਉਂਦੇ ਆ, ਠੀਕ ਹੈ। ਸੋ ਮੇਰਾ ਮੁੱਦਾ ਇਹ ਸੀਗਾ ਕਿ ਜਿਹੜਾ ਅਸੀਂ ਜਿੰਨਾ ਵੀ ਅਸੀਂ ਕਰਦੇ ਆ, ਜੋ ਵੀ ਕਰਦੇ ਆ, ਉਹਦੇ ਵਿੱਚੋਂ ਕੁਛ ਨਾ ਕੁਛ ਜਿਹੜਾ ਰਿਗਾਰਡ ਉਹਨਾਂ ਦਾ ਬਣਦਾ, ਉਹਨਾਂ ਦਾ ਡਬਲ ਬਣਦਾ। ਔਰ ਜਿਸ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਹਾਂ, ਸਾਨੂੰ ਵੀ ਪਤਾ ਕਿ ਇੱਕ ਤੁਸੀਂ
ਸਿੱਧੀ ਜਿਹੀ ਐਗਜ਼ਾਮਪਲ ਲੈ ਲਓ ਵੀ ਇੱਕ ਪਲੰਬਰ ਇੱਥੇ ਹੋਵੇ, ਇੱਕ ਕੈਨੇਡਾ 'ਚ ਹੋਵੇ, ਦੋਵਾਂ ਦੇ ਲਾਈਫ ਸਟਾਈਲ 'ਚ ਜ਼ਮੀਨ ਅਸਮਾਨ ਦਾ ਫਰਕ ਆ ਜੀ। ਠੀਕ ਹੈ ਨਾ। ਇੱਥੇ ਵਾਲੇ ਪਲੰਬਰ ਨੂੰ ਅਸੀਂ ਦਿਹਾੜੀਦਾਰ ਹੀ ਜਾਣਦੇ ਹਾਂ, ਪਰ ਉਧਰ ਪਲੰਬਰ ਸੱਦਣਾ ਪੈ ਜਾਏ ਤਾਂ ਮੁਸ਼ਕਲਾਂ ਬਣ ਜਾਂਦੀਆਂ ਵੀ ਪਲੰਬਰ ਦੇ ਇੰਨੇ ਪੈਸੇ ਬਣ ਜਾਣੇ, ਉਹਨੇ ਘੰਟੇ ਦੇ ਇੰਨੇ ਲੈਣੇ ਤਾਂ ਕਿੱਦਾਂ ਦੇਣੇ, ਕਿਉਂਕਿ ਉਧਰ ਉਹਦੇ ਕੰਮ ਦੀ ਕਦਰ ਹੈਗੀ ਆ, ਇੱਥੇ ਸਾਡੇ ਕੰਮ ਦੀ ਕਦਰ ਨਹੀਂ ਹੈਗੀ। ਸੋ ਮੇਰਾ ਕਹਿਣ ਦਾ ਸਾਰਾ ਭਾਵ ਉਹਨਾਂ ਵੀਰਾਂ ਵਾਸਤੇ ਸੀਗਾ ਕਿ ਜਿਹੜੇ ਸਾਡੇ ਵਾਸਤੇ ਸਾਡੇ ਲਈ ਇੰਨੀ ਮਿਹਨਤ ਕਰਦੇ ਆ, ਤਾਂ ਅਸੀਂ ਹੁਣ ਉਹਨਾਂ ਨੂੰ ਕੀ ਦੇ ਰਹੇ ਹੈਗੇ ਜੀ। ਪਰ ਹੁਣ ਬਹੁਤ ਵੱਡਾ ਇੱਕ ਵਿਵਾਦ ਪੈਦਾ ਹੋ ਗਿਆ ਤੁਹਾਡੇ ਗੀਤ ਦੇ ਉੱਪਰ, ਤੇ ਇਸ ਵੇਲੇ ਮਨ ਦੇ ਕੀ ਵਲਵਲੇ ਨੇ ਵੀ ਮੈਂ ਸਮਝਾਉਣਾ ਤਾਂ ਕੁਝ ਹੋਰ ਚਾਹੁੰਦਾ ਸੀ ਪਰ ਲੋਕ ਸਮਝ ਕੁਝ ਹੋਰ ਗਏ ਨੇ। ਦੇਖੋ ਇਹਦੇ ਬਾਰੇ ਭੈਣ ਜੀ ਮੈਂ ਗੱਲ ਇਹ ਕਹੂੰਗਾ ਕਿ ਠੀਕ ਹੈ, ਹਰ ਕਿਸੇ ਦੀ ਆਪਣੀ ਆਪਣੀ ਸਮਝ ਆ, ਜਿਹਨੂੰ ਜੋ ਸਮਝ ਆਉਂਦਾ। ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀਗੀ ਕਿ ਮੱਝ ਦੇ ਥਣ ਦੇ ਵਿੱਚੋਂ ਇੱਕ ਬੰਦਾ ਜੇ ਧਾਰ ਕੱਢਦਾ ਤਾਂ ਉਹ ਕਹਿੰਦਾ ਕਿ ਦੁੱਧ ਨਿਕਲਦਾ, ਤਾਂ ਜਿਹੜਾ ਉਹਦੇ ਉੱਤੇ ਮੱਛਰ ਜਾਂ ਜਿਹੜਾ ਕੋਈ ਚਿੱਚੜ ਉਹਦੇ ਉੱਤੇ ਬਹਿੰਦਾ ਹੈ ਤਾਂ ਉਹ ਕਹਿੰਦਾ ਵੀ ਨਹੀਂ ਖੂਨ ਨਿਕਲਦਾ। ਹੁਣ ਦੋਵਾਂ ਦੀ ਆਪਣੀ ਆਪਣੀ ਵਿਚਾਰਤਾ, ਨਿਕਲਦਾ ਖੂਨ ਵੀ ਆ, ਨਿਕਲਦਾ ਦੁੱਧ ਵੀ ਆ। ਹੁਣ ਤੁਸੀਂ ਦੋਵਾਂ ਚੋਂ ਕਿਹੜਾ ਕੱਢਣਾ ਉਹ ਤੁਹਾਡੇ ਤੇ ਆ, ਔਰ ਜਿੰਨੇ ਜੋ ਸਮਝਣਾ ਉਹਨੇ ਉਹੀ ਸਮਝਣਾ। ਪਰ ਮੈਂ ਆਪਣਾ ਪੁਆਇੰਟ ਆਫ ਵਿਊ ਜੇ ਤੁਸੀਂ ਪੁੱਛਦੇ ਆ, ਮੈਂ ਫਿਰ ਤੁਹਾਡੇ ਸਾਹਮਣੇ ਰੱਖ ਦਿੰਦਾ। ਇਹਦੇ ਵਿੱਚ ਧਰਮ ਤਾਂ ਪਹਿਲੀ ਗੱਲ ਲਿਆਉਣ ਦੀ ਲੋੜ ਹੀ ਨਹੀਂ ਸੀਗੀ ਹੈਗੀ, ਇਹ ਤਾਂ ਸਿੱਧੀ ਅੱਪਰ ਕਾਸਟ ਲੋਅਰ ਕਾਸਟ ਦੀ ਗੱਲ ਸੀਗੀ ਕਿ ਅਸੀਂ ਜਿਹੜਾ ਡਿਫਰੈਂਸ ਹੈ ਉਹਨੂੰ ਮਿਟਾਉਣ ਦੀ ਕੋਸ਼ਿਸ਼ ਕਰੀਏ, ਆਪਾਂ ਨੂੰ ਉਹਦੇ ਨੇੜੇ ਆਉਣ ਦੀ ਕੋਸ਼ਿਸ਼ ਕਰੀਏ। ਮੈਂ ਤਾਂ ਪਹਿਲੇ ਗਾਣੇ 'ਚ ਵੀ ਜੇ ਨਾਨਕ ਦਾ ਪੁੱਤ ਗਾਣਾ ਸੀਗਾ, ਮੈਂ ਤਾਂ ਉਹ 'ਚ ਵੀ ਗੱਲ ਕਰਦਾ, ਇੱਕ ਸਾਰ ਹੈ ਪਾਣੀ ਗੰਗਾ ਤੇ ਹਰਮੰਦਰ ਦਾ, ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ। ਇਹ ਹੁਣ ਪੱਖਵਾਦੀ ਸੋਚ ਆ ਜਾਂ ਰਲਾਉਣ ਵਾਲੀ ਸੋਚ ਆ, ਇਹ ਹੁਣ ਤੁਸੀਂ ਤੈਅ ਕਰਕੇ ਦੱਸੋ ਮੈਨੂੰ। ਵੀ ਮੈਂ ਤਾਂ ਇਹ ਚਾਹੁੰਦਾ ਵੀ ਜੇ ਮੇਰੇ ਗੁਰੂ ਨੇ ਕਿਹਾ ਵੀ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ, ਮੈਂ ਤਾਂ ਉਹ ਖੂਬ ਤੇ ਖੂਬ ਦੇ ਵਿੱਚ ਇੱਕ ਲੀਕ ਖਿੱਚ ਦਿੱਤੀ ਆ, ਉਹ ਲੀਕ ਮਿਟਾਉਣ ਦੀ ਕੋਸ਼ਿਸ਼ ਕਰਦਾ ਵੀ ਉਹ ਲੀਕ ਨਹੀਂ ਹੈਗੀ, ਆਪਾਂ ਉਸ ਲੀਕ ਨੂੰ ਲੈ ਕੇ ਨਾ ਆਈਏ ਆਪ ਦੇ ਵਿੱਚ। ਸਹੀ, ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ। ਤੇ ਮੈਨੂੰ ਨਿੱਜੀ ਤੌਰ ਦੇ ਉੱਤੇ ਜਾਂ ਹਰਮਨ ਜੀ ਨੂੰ ਜਾਂ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਇਹੋ ਜਿਹੇ ਆ ਜਿਨ੍ਹਾਂ ਨੂੰ ਇਸ ਗਾਣੇ ਦੇ ਵਿੱਚ ਕੋਈ ਤਰੁੱਟੀ ਨਜ਼ਰ ਨਹੀਂ ਆਈ। ਪਰ ਵੀਰ ਸਿੰਘ ਜੀ ਗੱਲ ਬੜੀ ਸਾਫ਼ ਤੇ ਸਪਸ਼ਟ ਆ। ਲੋਕਾਂ ਦਾ ਇੱਕ ਹਿੱਸਾ ਜਿਹੜਾ ਉਹ ਕਹਿੰਦਾ ਵੀ ਤੁਸੀਂ ਇੱਕ ਖਾਸ ਸੋਚ ਦੇ ਤਹਿਤ ਇੱਕ ਖਾਸ ਧਰਮ ਨੂੰ ਨਿਸ਼ਾਨਾ ਬਣਾਉਂਦੇ ਆ, ਪੱਥਰਾਂ ਨੂੰ ਦੁੱਧ ਆ ਕਿਹਾ। ਤੁਸੀਂ ਇਹ ਗੱਲ ਕਹੀ ਹੈ ਵੀ ਗਊ ਦਾ ਮੂਤ ਸ਼ੁੱਧ ਆ, ਵੀ ਉਹ ਲੋਕ ਕਹਿੰਦੇ ਆ ਵੀ ਭਾਈ ਅਸੀਂ ਤਾਂ ਇਹ ਮੂਤ ਪੀ ਕੇ ਅਸੀਂ ਪਿਸ਼ਾਬ ਪੀ ਕੇ ਤੰਦਰੁਸਤੀ ਦਾ ਰਾਜ ਜਾਣਦੇ ਆ, ਅਸੀਂ ਤਾਂ ਜੀ ਪੱਥਰਾਂ ਦੇ ਉੱਤੇ ਦੁੱਧ ਤਾਂ ਪਾਉਨੇ ਆ ਕਿਉਂਕਿ ਸਾਡੀ ਸੰਸਕ੍ਰਿਤੀ ਇਹ ਗੱਲ ਕਹਿੰਦੀ ਹੈ। ਹਾਲਾਂਕਿ ਸਭ ਦੇ ਆਪੋ ਆਪਣੇ ਵਿਚਾਰ ਆ, ਮੈਂ ਵੀ ਕਦੇ ਇਹਨਾਂ ਗੱਲਾਂ ਦੇ ਉੱਤੇ ਅਚੰਭਤ ਹੋ ਜਾਂਦਾ। ਤੁਹਾਨੂੰ ਲੱਗਦਾ ਵੀ ਭਾਈ ਅੱਜ ਦੇ ਪ੍ਰਸੰਗ ਦੇ ਵਿੱਚ 21ਵੀਂ ਸਦੀ ਦੇ ਵਿੱਚ ਇਹ ਗੱਲਾਂ ਢੁਕਵੀਆਂ? ਦੇਖੋ ਚਲੋ, ਜੇ ਕਿਸੇ ਦੀ ਆਸਥਾ, ਜੇ ਕਿਸੇ ਨੂੰ ਲੱਗਦਾ ਕਿ ਹਾਂ ਦੁੱਧ ਪਾਉਣ ਨਾਲ ਉਹਨੂੰ ਫਾਇਦਾ ਹੁੰਦਾ ਜਾਂ ਸਪਿਰਿਚੁਅਲੀ ਉਹਦੀ ਕੋਈ ਗਰੋਥ ਹੁੰਦੀ ਆ, ਉਹ ਕਰੇ। ਪਰ ਮੇਰਾ ਕਹਿਣ ਦਾ ਭਾਵ, ਮੈਂ ਜਿਹੜਾ ਕੰਪੈਰੀਜ਼ਨ ਉੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਕੰਪੈਰੀਜ਼ਨ ਇਹ ਆ ਕਿ ਜੇ ਅਸੀਂ ਇੰਨੇ ਇਮੋਸ਼ਨਲ ਹੈਗੇ ਆ ਕਿ ਅਸੀਂ ਇੱਕ ਪੱਥਰ ਨਾਲ ਦਿਲ ਜੋੜ ਕੇ ਉਹਨੂੰ ਭਗਵਾਨ ਦਾ ਦਰਜਾ ਦੇ ਸਕਦੇ ਆ ਜਾਂ ਧਾਰਮਿਕ ਸਥਾਨ ਦਾ ਦਰਜਾ ਦੇ ਸਕਦੇ ਆ, ਕਿ ਪੱਥਰ ਸਿਰਫ ਪਹਿਲੀ ਗੱਲ ਤਾਂ ਸਿਰਫ ਹਿੰਦੂ ਕਮਿਊਨਿਟੀ ਨਾਲ ਜਾਂ ਸਿਰਫ ਸਿੱਖ ਕਮਿਊਨਿਟੀ ਨਾਲ ਜਾਂ ਸਿਰਫ ਆਪਾਂ ਮੁਸਲਮਾਨ ਕਮਿਊਨਿਟੀ ਜਾਂ ਹੋਰ ਸਾਰਿਆਂ ਨਾਲ ਹੀ ਕਨੈਕਟਡ ਆ, ਸਾਰੇ ਯੂਜ਼ ਕਰਦੇ ਆ ਉਹਨੂੰ, ਸਾਰੇ ਹੀ ਪੱਥਰ ਆਪੋ ਆਪਣੇ ਧੋਂਦੇ ਆ, ਆਪਣੇ ਧਾਰਮਿਕ ਸਥਾਨਾਂ ਤੇ ਧੋਂਦੇ ਆ। ਮੇਰਾ ਪੁਆਇੰਟ ਇਹ ਸੀਗਾ ਕਿ ਜੇ ਅਸੀਂ ਇੰਨੇ ਇਮੋਸ਼ਨਲ ਆ ਕਿ ਜਿੱਥੇ ਸਾਨੂੰ ਲੱਗਦਾ ਵੀ ਇੱਥੇ ਸਾਡਾ ਰੱਬ ਬਹਿੰਦਾ ਜਾਂ ਇਹਦੇ 'ਚ ਸਾਡਾ ਰੱਬ ਵੱਸਦਾ, ਅਸੀਂ ਉਹਨੂੰ ਇੰਨਾ ਧੋਨੇ ਆ, ਅਸੀਂ ਉਹਦੇ ਨਾਲ ਇੰਨਾ ਪਿਆਰ ਕਰਦੇ। ਜੇ ਅਸੀਂ ਇੱਕ ਪੱਥਰ ਨੂੰ ਵੀ ਇੰਨਾ ਪਿਆਰ ਦਿੰਦੇ ਕਿਉਂਕਿ ਉਹ 'ਚ ਸਾਨੂੰ ਆਸਥਾ ਕਿ ਭਗਵਾਨ ਆ, ਫਿਰ ਬੰਦੇ ਨੂੰ ਕਿਉਂ ਨਹੀਂ ਦੇ ਸਕਦੇ? ਕਿ ਉਹਦੇ 'ਚ ਤਾਂ ਵੀ ਰੱਬ ਵੱਸਦਾ ਨਾ, ਉਹ ਤਾਂ ਫਿਰ ਜਿੰਦਾ ਵੀ, ਉਹ ਤਾਂ ਗੱਲ ਵੀ ਕਰਦਾ ਤੁਹਾਡੇ ਨਾਲ। ਪਰ ਇੱਕ ਸਵਾਲ ਹੋਰ ਹੈ ਕਿ ਜਦੋਂ ਤੁਸੀਂ ਵੀਰ ਸਿੰਘ ਜੀ, ਜਦੋਂ ਤੁਸੀਂ ਰਣਜੀਤ ਬਾਵਾ ਨੂੰ ਇਹ ਗਾਣਾ ਦਿੱਤਾ, ਬਾਵੇ ਨੂੰ ਵੀ ਇੱਕਦਮ ਇਸ ਗਾਣੇ ਨੇ ਅਪੀਲ ਕੀਤਾ, ਝੱਟ ਉਹਨਾਂ ਨੇ ਹਾਂ ਕਰਤੀ, ਜਾਂ ਤੁਸੀਂ ਥੋੜਾ ਬਹੁਤਾ ਸੋਚਿਆ ਵੀ ਜੇਕਰ ਇਦਾਂ ਦੀ ਗੱਲ ਹੋਈ ਤਾਂ ਫਿਰ ਅਸੀਂ ਆਹ ਉੱਤਰ ਦੇਣਾ, ਜਾਂ ਤੁਹਾਨੂੰ ਲੱਗਦਾ ਸੀ ਵੀ ਇਦਾਂ ਦੀ ਕੋਈ ਗੱਲ ਪੈਦਾ ਹੋ ਸਕਦੀ ਹੈ? ਤੁਹਾਡੇ ਨਾਲ ਸੰਗੀਤਕਾਰ ਵੀ ਬੈਠੇ, ਹੋ ਸਕਦਾ ਵੀ ਤੁਹਾਡੇ ਹੋਰ ਸਾਥੀ ਆ ਜਿਹੜੇ, ਤੁਹਾਡੀ ਮਿੱਤਰ ਮੰਡਲੀ ਬੈਠੀ ਹੋਊਗੀ, ਕਿਸੇ ਨੂੰ ਮਾੜਾ ਮੋਟਾ ਇਸ ਗੱਲ ਦੇ ਬਾਬਤ ਕੋਈ ਅਗਿਆਨ ਹੋਇਆ ਸੀ ਵੀ ਕੋਈ ਨਾ ਕੋਈ ਚੱਕਰ ਪੈ ਸਕਦਾ, ਕੋਈ ਮਾੜਾ ਮੋਟਾ ਭਾਂਪ ਸਕੇ ਸੀ ਕਿ ਨਹੀਂ? ਪਹਿਲਾਂ ਇਹ ਗੀਤ ਭਾਜੀ ਤਕਰੀਬਨ ਮੈਨੂੰ ਲੱਗਦਾ 2.5-3 ਸਾਲ ਪਹਿਲਾਂ ਲਿਖਿਆ ਗਿਆ ਸੀਗਾ, ਤੇ ਉਦੋਂ ਰਣਜੀਤ ਭਾਜੀ ਨੇ ਲਾਈਵ ਵੀ ਗਾਇਆ ਸੀਗਾ ਇੱਕ ਵਾਰ ਗੀਤ, ਤੇ ਉਦੋਂ ਸਾਰੇ ਲੋਕਾਂ ਐਪਰੀਸ਼ੀਏਟ ਕੀਤਾ ਸੀਗਾ ਵੀ ਹਾਂ ਇਹ ਗੱਲ ਜਿਹੜੀ ਆ ਉਹ ਠੀਕ ਆ, ਉਹ ਸੁਸਾਇਟੀ ਨੂੰ ਇੱਕ ਥਾਂ ਇਕੱਠੀ ਕਰਨ ਦੀ ਗੱਲ ਹੈਗੀ ਆ। ਉਦੋਂ ਕੋਈ ਵਿਵਾਦ ਜਾਂ ਕੋਈ ਕ੍ਰਿਟਿਸਿਜ਼ਮ ਸਾਨੂੰ ਫੇਸ ਨਹੀਂ ਕਰਨਾ ਪਿਆ, ਤਾਂ ਸਾਨੂੰ ਲੱਗਦਾ ਸੀ ਕਿ ਇਹਦੀ ਅਸੈਪਟੇਬਿਲਿਟੀ ਬਣ ਚੁੱਕੀ ਆ। ਹਾਲਾਂਕਿ ਜਦੋਂ ਮੈਂ ਲਿਖਿਆ ਸੀਗਾ ਉਦੋਂ ਮੈਂ ਇੱਕ ਲਾਈਨ ਜ਼ਰੂਰ ਲਿਖੀ ਵਿੱਚ ਵੀ ਜੇ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਯੁੱਧ ਆ। ਉਹ ਯੁੱਧ ਤੋਂ ਭਾਵ ਇਹੀ ਸੀਗਾ ਵੀ ਕਈਆਂ ਨੂੰ ਹੋ ਸਕਦਾ ਕਿ ਪੁਆਇੰਟ ਸਮਝਣ ਦੇ ਵਿੱਚ ਥੋੜੀ ਦੇਰ ਲੱਗੇ, ਪਰ ਮੈਂ ਫਿਰ ਕਹਿਣਾ ਕਿ ਇਹ ਦੇਖੋ, ਇਹ ਤੁਹਾਡੇ ਅਗੇਂਸਟ ਨਹੀਂ, ਤੁਹਾਡੇ ਹੱਕ ਦੀ ਗੱਲ ਆ।
ਜੇ ਕਿਸੇ ਨੂੰ ਅਗੇਂਸਟ ਲੱਗਦਾ ਉਹ ਦੁਬਾਰਾ ਉਹਨੂੰ ਗਾਣੇ ਨੂੰ ਪੜ੍ਹੇ, ਸਾਰਾ ਪੜ੍ਹੇ। ਪਹਿਲੀ ਗੱਲ ਤਾਂ ਪਹਿਲੀਆਂ 2 ਲਾਈਨਾਂ ਨਹੀਂ, ਸਾਰੇ ਗਾਣੇ ਨੂੰ ਪੜ੍ਹੋ, ਫਿਰ ਉਹਨੂੰ ਵਿਚਾਰੋ, ਫਿਰ ਦੇਖੋ ਕਿ ਇਹ ਧਰਮ ਦੇ ਉੱਪਰ ਮੈਂ ਝੂਠ ਕੀਤੀ ਆ ਜਾਂ ਜਿਹੜੀਆਂ ਵੰਡੀਆਂ ਪਈਆਂ ਹੋਈਆਂ ਉਹਨਾਂ ਦੇ ਉੱਪਰ ਝੂਠ ਕੀਤੀ ਆ। ਕਿੱਥੋਂ ਅਸੀਂ ਕਿੱਥੇ ਪਹੁੰਚ ਗਏ ਆ। ਚੰਦਰਯਾਨ 2 ਦੀਆਂ ਅਸੀਂ ਗੱਲਾਂ ਕਰਦੇ ਆ, ਅਸੀਂ ਚੰਦ ਦੇ ਉੱਤੇ ਪਲਾਟ ਕੱਟਣ ਦੀਆਂ ਗੱਲਾਂ ਕਰ ਰਹੇ ਆ, ਅਸੀਂ ਹੋਰ ਗ੍ਰਹਿਆਂ ਦੇ ਉੱਤੇ ਮਨੁੱਖੀ ਵਸੇਬਾ ਲੱਭ ਰਹੇ ਆ, ਪਰ ਅਸੀਂ ਇੰਨੀਆਂ ਕੁ ਗੱਲਾਂ ਬਰਦਾਸ਼ਤ ਨਹੀਂ ਕਰ ਸਕੇ ਹਾਲੇ ਤੱਕ। ਦੇਖੋ ਮੈਂ ਇੱਕ ਇੱਥੇ ਗੱਲ ਕਹਿਣਾ ਹੈ ਕਿ ਜੇ ਆਪਾਂ ਗੁਰੂ ਨਾਨਕ ਸਾਹਿਬ ਦੀ ਐਗਜ਼ਾਮਪਲ ਲਈਏ, ਉਹ ਇੱਕ ਹਿੰਦੂ ਪਰਿਵਾਰ 'ਚ ਜੰਮੇ। ਜਦੋਂ ਜਨੇਊ ਪਾਉਣ ਦੀ ਗੱਲ ਆਈ, ਉਹ ਜਨੇਊ ਨਾਲ ਉਹਨਾਂ ਦੇ ਪਰਿਵਾਰ ਦੀ ਆਸਥਾ ਵੀ ਸੀਗੀ, ਤਾਂ ਹੀ ਜਨੇਊ ਪਾਉਣ ਦੀ ਗੱਲ ਹੋਈ ਸੀਗੀ। ਠੀਕ ਹੈ ਜੀ, ਉਹਨਾਂ ਨੇ ਉਸ ਆਸਥਾ ਤੇ ਕੁਐਸਚਨ ਕੀਤਾ ਕਿ ਮੈਂ ਪਾ ਤਾਂ ਲੈਣਾ ਜੀ, ਹੈਨਾ, ਪਰ ਮੈਨੂੰ ਇਹਦਾ ਦੱਸੋ ਕਿ ਇਹਦਾ ਪੁਆਇੰਟ ਕੀ ਆ। ਠੀਕ ਆ, ਸਿਮਿਲਰਲੀ ਅੱਜ ਮੈਂ ਕਹਿਣਾ ਹੈ ਕਿ ਦੇਖੋ ਮੇਰਾ ਮਕਸਦ ਕਿਸੇ ਨੂੰ ਇਹ ਕਹਿਣਾ ਨਹੀਂ ਕਿ ਇਹ ਕੀਤਾ ਤੁਹਾਡੀ ਸਪਿਰਚੁਅਲ ਗਰੋਥ ਰੁਕਦੀ ਹੈ ਜਾਂ ਕਿੱਦਾਂ। ਮੇਰਾ ਸਿਰਫ ਇੰਨਾ, ਸਪਿਰਚੁਅਲੀ ਤੁਹਾਨੂੰ ਜੋ ਠੀਕ ਲੱਗਦਾ ਕਿ ਤੁਹਾਡੀ ਇਸ ਚੀਜ਼ ਨਾਲ ਤੁਹਾਡੇ ਮਾਈਂਡ ਨੂੰ ਪੀਸ ਮਿਲਦੀ ਆ, ਤੁਸੀਂ ਆਪਣੀ ਪੀਸ ਲਈ ਕਰੋ, ਮੈਂ ਨਹੀਂ ਕਹਿਣਾ। ਪਰ ਜਦੋਂ ਅਸੀਂ ਗੁਰਦੁਆਰੇ ਜਾਂ ਮੰਦਿਰ ਜਾਂ ਮਸਜਿਦ ਜਾ ਰਹੇ ਹੁੰਨੇ ਆ, ਸਾਡੇ ਹੱਥ 'ਚ ਹੁਣ ਸਾਰਾ ਕੁਝ ਹੀ ਕਰਦੇ ਆ ਆਪਾਂ। ਕਈ ਥਾਈਂ ਅਸੀਂ ਘਿਓ ਚੜਾਉਂਦੇ ਆ, ਕਈ ਥਾਈਂ ਅਸੀਂ ਤੇਲ ਚੜਾਉਂਦੇ ਆ। ਜਦੋਂ ਅਸੀਂ ਲੈ ਕੇ ਲੰਘ ਰਹੇ ਹੁੰਨੇ ਆ ਤਾਂ ਲਾਗੋਂ ਇੱਕ ਛੋਟਾ ਬੱਚਾ ਸਾਡੇ ਪੈਂਟ ਦਾ ਪਹੁੰਚਾ ਖਿੱਚ ਕੇ ਕਹਿੰਦਾ ਵੀ ਮੈਨੂੰ ਕੁਝ ਦੇ ਜਾਓ ਜੀ, ਜਾਂ ਮੇਰਾ ਕੁਝ ਸੋਚੋ, ਹੈ ਨਾ। ਤਾਂ ਅਸੀਂ ਉਹਦੇ ਕੋਲੋਂ ਲੰਘ ਜਾਂਦੇ ਭਗਵਾਨ ਨੂੰ ਖੁਸ਼ ਕਰਨ ਲਈ ਕਿ ਨਹੀਂ ਇਹ ਰੱਬ ਵਾਸਤੇ, ਤੇਰੇ ਵਾਸਤੇ ਨਹੀਂ ਹੈਗਾ। ਤਾਂ ਉਹਦੇ ਵਾਸਤੇ ਤਾਂ ਭਗਵਾਨ ਦੀ ਅਹਿਮੀਅਤ ਖਤਮ ਹੋ ਜਾਂਦੀ ਨਾ। ਤੁਹਾਨੂੰ ਧਮਕੀਆਂ ਆਈਆਂ, ਤੁਹਾਨੂੰ ਨਿੱਜੀ ਤੌਰ ਦੇ ਉੱਤੇ ਫੋਨ ਕਰਕੇ ਧਮਕੀਆਂ ਆਈਆਂ ਕਿ ਨਹੀਂ? ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਰਣਜੀਤ ਬਾਵੇ ਦੇ ਬਾਬਤ ਬੜਾ ਅਵਾ-ਤਵਾ ਬੋਲਿਆ ਜਾ ਰਿਹਾ, ਕਹਿੰਦੇ ਮੂੰਹ ਕਾਲਾ ਕਰੋ, ਲੱਖ ਰੁਪਈਆ ਦੇਵਾਂਗੇ, ਇਦਾਂ ਦਾ ਤੁਹਾਨੂੰ ਵੀ ਕਿਸੇ ਕਿਸਮ ਦਾ ਕੋਈ ਸਾਹਮਣਾ ਕਰਨਾ ਪੈ ਰਿਹਾ ਕਿ ਨਹੀਂ ਹਾਲ ਦੀ ਘੜੀ? ਜੀ ਇਹ ਮੇਰੇ ਨਾਲ ਵੀ ਇਦਾਂ ਹੀ ਸੇਮ ਹੀ ਹੋਇਆ ਜੀ। ਬਹੁਤ ਫੋਨ ਆਏ ਨੇ, ਬਹੁਤ। ਚਲੋ ਕੁਝ ਵੀਰ ਚੰਗੇ ਵੀ ਹੁੰਦੇ ਆ, ਡਿਬੇਟ 'ਚ ਆਉਂਦੇ ਆ, ਡਿਬੇਟ ਦੇ ਵਿੱਚ ਚਲੋ ਮਸਲਾ ਹੱਲ ਵੀ ਹੋ ਜਾਂਦਾ ਜੀ। ਪਰ ਕੁਝ ਲੋਕ ਹੁੰਦੇ ਆ ਜਿਹੜੇ ਗੱਲ ਹੀ ਗਾਲ ਤੋਂ ਸ਼ੁਰੂ ਕਰਦੇ ਆ, ਉੱਥੇ ਡਿਬੇਟ ਪੋਸੀਬਲ ਨਹੀਂ ਹੁੰਦੀ। ਉਹ ਮਸਲਾ ਫਿਰ ਜਿਹੜਾ ਧਮਕੀਆਂ ਵਾਲਾ ਵੀ ਹੋ ਜਾਂਦਾ ਵੀ ਐ ਕਰ ਦਾਂਗੇ। ਤੁਹਾਨੂੰ ਧਮਕੀਆਂ ਆਈਆਂ ਜਾਂ ਘਰ ਆ ਜਾਵਾਂਗੇ ਜਾਂ ਕਿਤੇ? ਜੀ ਬਿਲਕੁਲ ਆਈਆਂ। ਅੱਛਾ, ਕੀ ਤੁਹਾਨੂੰ ਕਹਿੰਦੇ ਵੀ ਜਾਨੋਂ ਮਾਰ ਦੇਣਾ ਜਾਂ ਤੁਹਾਡੇ ਕੋਲੋਂ ਮਾਫੀ ਮੰਗਵਾਉਣੀ ਆ ਜਾਂ ਪਰਚੇ ਦਰਜ ਕਰਵਾਉਣੇ ਆ, ਕਹਿੰਦੇ ਕੀ? ਦੇਖੋ ਪਹਿਲੀ ਗੱਲ ਤਾਂ ਇਹ ਆ, ਮੈਂ ਮਾਫੀ ਦੀ ਜੇ ਤੁਸੀਂ ਗੱਲ ਕਰਦੇ ਆ ਮੈਂ ਸਿੱਧਾ ਹੀ ਕਹਿ ਦਿੰਦਾ, ਜਿਹੜੇ ਮਾਫੀ ਮੰਗਵਾਉਣ ਦੇ ਚੱਕਰ 'ਚ ਵੀ ਆ, ਮੈਂ ਫੇਰ ਕਹਿੰਦਾ ਮੈਂ ਕੁਝ ਗਲਤ ਨਹੀਂ ਲਿਖਿਆ। ਜੇ ਤੁਹਾਨੂੰ ਸਮਝਣ 'ਚ ਗਲਤੀ ਲੱਗੀ ਆ ਤਾਂ ਉਹ ਮੇਰੀ ਗਲਤੀ ਨਹੀਂ ਆ। ਤੁਸੀਂ ਦੁਬਾਰਾ ਇੱਕ ਵਾਰੀ ਪੜ੍ਹੋ, ਉਹਨੂੰ ਵਿਚਾਰੋ, ਉਹ ਗਲਤ ਨਹੀਂ ਹੈਗਾ, ਉਹ ਤੁਹਾਡੇ ਹੱਕ ਦੀ ਗੱਲ ਲਿਖੀ ਹੋਈ ਹੈ। ਠੀਕ ਹੈ, ਤੇ ਮੈਂ ਚਲੋ ਮੈਨੂੰ ਆਉਂਦੇ ਤੇ ਹੈਗੇ ਫੋਨ ਭਾਜੀ, ਕਹਿੰਦੇ ਆ ਕਿ ਤੂੰ ਮਾਫੀ ਮੰਗ, ਤੂੰ ਰਿਟਰਨ 'ਚ ਮਾਫੀ ਦੇ, ਤੇਰੇ ਤੇ ਇੰਨੇ ਪੈਸਿਆਂ ਦਾ ਡੈਫਾਮੇਸ਼ਨ ਪਾਵਾਂਗੇ, ਐ ਕਰਾਂਗੇ, ਫਿਰ ਤੂੰ ਪਬਲਿਕਲੀ ਵੀਡੀਓ ਪਾ ਕੇ ਮਾਫੀ ਮੰਗੇਗਾ, ਐ ਕਰੇਗਾ। ਦਬਾਉਣ ਦੀਆਂ ਕੋਸ਼ਿਸ਼ਾਂ ਤਾਂ ਬਹੁਤ ਨੇ ਭਾਜੀ, ਪਰ ਡਰ ਲੱਗਦਾ? ਗੱਲ ਇੰਨੀ ਕਿ ਵੀ ਮੈਂ ਫੇਰ ਕਹਿ ਦੇਣਾ ਵੀ ਉਹਦੇ ਤੇ એનર્ਜੀ ਲਾ ਕੇ ਆਪਣਾ ਟਾਈਮ ਵੇਸਟ ਨਾ। ਤੁਹਾਨੂੰ ਕਿਸੇ ਕਿਸਮ ਦਾ ਡਰ ਲੱਗਦਾ ਵੀ ਭਾਈ ਇਦਾਂ ਜੇਕਰ ਖਿਲਾਫਤ ਹੋ ਰਹੀ ਆ, ਜਿਵੇਂ ਕਿ ਰਣਜੀਤ ਬਾਵਾ ਹੋਰਾਂ ਨੇ ਮਾਫੀ ਮੰਗੀ ਆ, ਉਹਨਾਂ ਦੀਆਂ ਮਜਬੂਰੀਆਂ ਹੋਣਗੀਆਂ, ਕਲਾਕਾਰ ਨੇ ਸਟੇਜ ਤੇ ਵੀ ਜਾਣਾ ਹੁੰਦਾ, ਕਲਾਕਾਰ ਦੀ ਹੋਰ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਹੈ। ਸ਼ਾਇਦ ਰਣਜੀਤ ਬਾਵਾ ਨੇ ਸੋਚਿਆ ਹੋਵੇ ਬਈ ਕਿਤੇ ਇਹ ਨਾ ਹੋਵੇ ਕਿ ਮੈਂ ਚੁੱਕਣਾ ਦੇ ਵਿੱਚ ਆ ਜਾ, ਬੇਫਿਕਰ ਰਹਿ, ਤੇਰੇ ਨਾਲ ਆ, ਬੱਬ ਬੁਲਾ ਦਿਆਂਗੇ, ਬਾਅਦ ਦੇ ਵਿੱਚ ਲੱਭਦਾ ਕੋਈ ਨਹੀਂ ਹੁੰਦਾ ਅਫਸਰ। ਕਿਤੇ ਤੁਹਾਨੂੰ ਵੀ ਇਉਂ ਲੱਗਦਾ ਕਿ ਨਹੀਂ ਵੀ ਭਾਈ ਜੇ ਮਾਫੀ ਮੰਗ ਲਈਏ ਖੜਾ ਛੁੱਟ ਜਾਣਾ, ਕਿਹੜੇ ਚੱਕਰ ਦੇ ਵਿੱਚ ਪਏ ਆ, ਜਾਂ ਤੁਸੀਂ ਅਡੋਲ ਆ ਵੀ ਭਾਈ ਮੈਂ ਨਹੀਂ ਮੰਗਣੀ, ਜੇ ਤੁਸੀਂ ਕਹਿੰਦੇ ਹੋ ਤਾਂ ਭਾਈ ਕਹੀ ਜਾਓ, ਮੈਂ ਆਪਣੀ ਥਾਂ ਦੇ ਉੱਤੇ ਸਟੈਂਡ ਕਰਦਾ? ਦੇਖੋ ਜੀ, ਬਾਵਾ ਭਾਜੀ ਦਾ ਇੰਨਾ ਹੀ ਥੈਂਕ ਯੂ ਕਿ ਉਹਨਾਂ ਨੇ ਗਾ ਕੇ ਇਹ ਚੀਜ਼ ਲੋਕਾਂ ਦੇ ਸਾਹਮਣੇ ਰੱਖ ਦਿੱਤੀ ਹੈ। ਮੈਂ ਇਸ ਗੱਲ ਤੇ ਓਪੀਨੀਅਨ ਨਹੀਂ ਦਊਂਗਾ ਵੀ ਉਹਨਾਂ ਨੇ ਮਾਫੀ ਮੰਗੀ ਜਾਂ ਕਿੱਦਾਂ। ਹਰ ਕਿਸੇ ਨੂੰ ਆਪਣੀ ਪ੍ਰੋਬਲਮ ਟੈਕਲ ਕਰਨਾ ਆਪਣਾ ਅਧਿਕਾਰ ਹੈ, ਜਿੱਦਾਂ ਉਹਨਾਂ ਟੈਕਲ ਕਰਨਾ ਸੀ ਉਹਨਾਂ ਨੇ ਕੀਤਾ। ਪਰ ਜੇ ਮੈਨੂੰ ਪੁੱਛਿਆ ਜਾਂਦਾ ਵੀ ਮੇਰੇ ਟੈਕਲ ਕਰਨ ਦਾ ਤਰੀਕਾ ਕੀ ਹੈ, ਤਾਂ ਮੈਂ ਇਹੀ ਕਹਿਣਾ ਕਿ ਮੈਂ ਇਸ ਗੱਲ ਤੇ ਅੜਿਆ ਕਹਿ ਲਓ ਜਾਂ ਸਥਿਰ ਕਹਿ ਲਓ ਵੀ ਮੈਂ ਜੋ ਕਿਹਾ ਉਹ ਗਲਤ ਨਹੀਂ ਕਿਹਾ। ਜਿੱਦਣ ਮੈਂ ਲਿਖਿਆ ਸੀ, ਜੇ ਮੈਨੂੰ ਪਤਾ ਹੁੰਦਾ ਗਲਤ ਆ ਫਿਰ ਮੈਂ ਲਿਖਦਾ ਹੀ ਕਿਉਂ? ਜੇ ਲਿਖ ਲਿਆ ਸੀ ਤਾਂ ਮੈਂ ਸਾਹਮਣੇ ਕਿਉਂ ਲੈ ਕੇ ਆਉਂਦਾ? ਮੈਨੂੰ ਉਦੋਂ ਵੀ ਪਤਾ ਸੀ ਠੀਕ ਹੈ, ਤੇ ਮੈਨੂੰ ਅੱਜ ਵੀ ਪਤਾ ਵੀ ਮੇਰੀ ਸੋਚ ਠੀਕ ਹੈ, ਮੈਂ ਜੋ ਲਿਖਿਆ ਉਹ ਠੀਕ ਲਿਖਿਆ। ਬਿਲਕੁਲ ਠੀਕ। ਤੇ ਵੀਰ ਜੀ ਹੁਣ ਵਿਵਾਦ ਵੀ ਪੈਦਾ ਹੋ ਗਿਆ, ਹੁਣ ਤੁਸੀਂ ਦੱਸ ਰਹੇ ਹੋ ਵੀ ਫੋਨ ਦੇ ਉੱਪਰ ਤੁਹਾਨੂੰ ਧਮਕੀਆਂ ਵੀ ਮਿਲ ਰਹੀਆਂ ਨੇ। ਅੱਗੇ ਤੋਂ ਸੱਚ ਲਿਖਣ ਦੇ ਉੱਪਰ ਤੁਸੀਂ ਤਤਪਰ ਰਹੋਗੇ ਜਾਂ ਨਹੀਂ? ਅੱਗੇ ਤੋਂ ਇਹੋ ਜਿਹੇ ਗੀਤ ਹੋਰ ਲੈ ਕੇ ਆਓਗੇ ਜਾਂ ਨਹੀਂ? ਦੇਖੋ ਜੀ, ਜਦੋਂ ਮੋਮਬੱਤੀ ਬਲਦੀ ਹੋਵੇ ਹੈ ਨਾ, ਪਰਵਾਨਾ ਉਹਦੇ ਲਾਗੇ ਘੁੰਮਦਾ, ਤਦ ਤੱਕ ਘੁੰਮਦਾ ਜਦ ਤੱਕ ਸੜ ਨਹੀਂ ਜਾਂਦਾ। ਬਹੁਤ ਖੂਬ। ਤਾਂ ਮੈਂ ਵੀ ਐਸਾ ਹੀ ਪਰਵਾਨਾ ਆ। ਵਾਹ, ਤੁਸੀਂ ਸੱਚ ਦੇ ਉੱਪਰ ਅੜਿਗ ਹੋ ਜੀ। ਮੈਂ ਜੋ ਮੇਰਾ ਮਨ ਕਹੂਗਾ, ਜੋ ਮੇਰੇ ਮਨ ਦੀ ਆਵਾਜ਼ ਹੋਊਗੀ, ਅਵਸਥਾ ਹੋਊਗੀ, ਮੈਂ ਉਹ ਲਿਖਦਾ ਰਹੂੰਗਾ। ਪਰ ਵੀਰ ਸਿੰਘ ਜੀ, ਤੁਸੀਂ ਨਾ ਅੱਗੇ ਇਸ ਗਾਣੇ ਦੇ ਵਿੱਚ ਬਾਕੀ ਧਰਮਾਂ ਦੀ ਗੱਲ ਕਰ ਲਈਏ ਜਾਂ ਧਰਮਾਂ ਦੇ ਵਿੱਚ ਜੋ ਕੁਰੀਤੀਆਂ ਤਰੁੱਟੀਆਂ ਦੀ ਉਹਨਾਂ ਦੀ ਗੱਲ ਕਰ ਲਈਏ, ਤੁਸੀਂ ਲਿਖਿਆ ਗਾਤਰੇ ਜਨੇਊ ਤੇ ਕ੍ਰੋਸ ਗਲ ਪਾ ਲਏ, ਵਿਚਾਰ ਅਪਣਾਏ ਨਾ ਤੇ ਬਾਣੇ ਅਪਣਾ ਲੈ,
ਕੁਝ ਕੁ ਸਿੱਖ ਜਥੇਬੰਦੀਆਂ ਦੇ ਆਗੂ ਆ ਜਿਹੜੇ, ਮੈਂ 2 3 4 ਵੀਡੀਓ ਦੇਖੀਆਂ, ਵੈਸੇ ਬਹੁਤੀਆਂ ਨਹੀਂ, ਉਹਨਾਂ ਨੇ ਵੀ ਕਿਹਾ ਜੀ ਕਿ ਸਾਡੇ ਉੱਤੇ ਵੀ ਹਮਲਾ ਕੀਤਾ। ਇਹ ਜੇਕਰ ਹਮਲਾਦਰ ਹਮਲਾ ਸਾਰੇ ਹੀ ਇਦਾਂ ਸਮਝਣ ਲੱਗੇ ਫਿਰ ਸਮੱਸਿਆ 'ਚ ਵਾਧਾ ਹੋਊ ਕਿ ਨਹੀਂ? ਦੇਖੋ ਇੱਕ ਗੱਲ ਤਾਂ ਇਸ ਗੱਲ ਨਾਲ ਆਪਾਂ ਸਾਰੇ ਸਹਿਮਤ ਹੋਵਾਂਗੇ ਕਿ ਜੇ ਆਪਾਂ ਸਿੱਖੀਜ਼ਮ ਦੀ ਜੇ ਗਾਤਰਿਆਂ ਦੀ ਗੱਲ ਕਰ ਲੈਂਦੇ ਸਪੈਸੀਫਿਕਲੀ, ਤਾਂ ਸਾਡੀ ਜਿਹੜੀ ਅੰਮ੍ਰਿਤਧਾਰੀਆਂ ਦੀ ਕੁਆਂਟੀਟੀ ਵਧੀ ਆ, ਕੁਆਲਿਟੀ ਘਟੀ ਆ। ਬਿਲਕੁਲ ਸਹੀ। ਠੀਕ ਹੈ ਜੀ। ਤੇ ਧਰਮ ਜਿਹੜੇ ਹੁੰਦੇ ਆ ਕੁਆਲਿਟੀ ਨਾਲ ਚੱਲਦੇ ਹੁੰਦੇ, ਕੁਆਂਟੀਟੀ ਨਾਲ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੁਆਂਟੀਟੀ ਨਾਲ ਤਾਂ ਉਹ ਖਰਾਬ ਹੁੰਦੇ ਸਗੋਂ। ਤੇ ਮੈਂ ਕਹਿੰਦਾ ਕਿ ਜਿਹੜਾ ਬੰਦਾ ਵਿਚਾਰ ਨਹੀਂ ਅਪਣਾ ਸਕਦਾ ਫਿਰ ਉਹ ਬਾਣਾ ਪਾ ਕੇ ਬਦਨਾਮੀ ਵੀ ਨਾ ਕਰੇ। ਬਿਲਕੁਲ ਸਹੀ। ਜੇ ਕਿਸੇ ਨੂੰ ਇਹ ਲੱਗਦਾ ਆ ਕਿ ਇਦਾਂ ਤਾਂ ਕੋਈ ਅੰਮ੍ਰਿਤ ਛਕੂਗਾ ਨਹੀਂ, ਹਾਂ ਭਾਈ ਨਾ ਛਕੇ, ਜੋ ਵਿਚਾਰ ਨਹੀਂ ਅਪਣਾ ਸਕਦਾ ਤੇ ਅਪਣਾ ਸਕਦਾ ਤੇ ਉਹਨੇ ਆਪੇ ਛਕ ਹੀ ਲੈਣਾ, ਉਹਨੂੰ ਮੇਰੇ ਖਿਆਲ ਫਰਕ ਨਹੀਂ ਪੈਣ ਲੱਗਾ ਜੀ। ਤੇ ਵੀਰ ਸਿੰਘ ਜੀ, ਵੈਸੇ ਜੇਕਰ ਧਰਮ ਦੀ ਪਰਿਭਾਸ਼ਾ ਮੈਂ ਤੁਹਾਡੇ ਤੋਂ ਪੁੱਛਾਂ, ਤੁਹਾਡੀਆਂ ਨਜ਼ਰਾਂ ਦੇ ਵਿੱਚ ਧਰਮ ਕੀ ਹੈ? ਬਹੁਤ ਖੂਬ। ਸਭ ਤੋਂ ਪਹਿਲੀ ਗੱਲ ਤਾਂ ਭੈਣ ਜੀ ਇਹ ਆ, ਦੇਖੋ ਧਰਮ ਇਨਸਾਨ ਵਾਸਤੇ ਹੈ, ਨਾ ਕਿ ਇਨਸਾਨ ਧਰਮ ਵਾਸਤੇ ਜੀ। ਦੁਨੀਆ ਦਾ ਇਤਿਹਾਸ ਇਸ ਗੱਲ ਦਾ ਗਵਾਹ ਆ ਕਿ ਧਰਮਾਂ ਦੇ ਨਾਮ ਤੇ ਜਿੰਨਾ ਕਤਲੇਆਮ ਹੋਇਆ ਉਹਨਾਂ ਕਦੀ ਵੀ ਨਹੀਂ ਹੋਇਆ ਹੈ। ਬਿਲਕੁਲ ਸਹੀ। ਠੀਕ ਹੈ ਜੀ। ਸੋ ਧਰਮ ਜਿਹੜਾ ਆ ਉਹ, ਜੇ ਤਾਂ ਆਪਾਂ ਦੇਖੋ ਉਹਦੀ ਫਿਲਾਸਫੀ ਨੂੰ ਪੜ੍ਹਦੇ ਆ, ਜੇ ਤਾਂ ਆਪਾਂ ਉਹਦਾ ਮੂਲ ਦੇਖੀਏ, ਉਹ ਤਾਂ ਸਿਰਫ ਪਿਆਰ ਆ। ਸੋਲ ਦਾ ਬੇਸਿਕ ਨੇਚਰ ਤਾਂ ਸਿਰਫ ਪਿਆਰ ਹੁੰਦਾ। ਨਫ਼ਰਤ, ਈਰਖਾ ਇਹ ਤਾਂ ਬਾਅਦ ਚੋਂ ਦਿਮਾਗ ਦੀਆਂ ਬਣਾਈਆਂ ਹੋਈਆਂ ਖੇਡਾਂ ਆ। ਬਿਲਕੁਲ। ਇਹ ਤਾਂ ਆਪਣੀ ਗੱਦੀ ਨੂੰ ਜਾਂ ਆਪਣਾ, ਹੁਣ ਦੇਖੋ ਨਾ, ਜੇ ਆਪਾਂ ਕ੍ਰਿਸਚੈਨਿਟੀ ਦੀ ਵੀ ਗੱਲ ਕਰਦੇ ਹਾਂ ਤਾਂ ਆਪਾਂ ਜੇ ਇਤਿਹਾਸ ਪੜ੍ਹੀਏ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਜਿਊਜ਼ ਨਾਲ ਕੀ ਹੋਇਆ, ਮੁਸਲਿਮਸ ਤੇ ਕ੍ਰਿਸਚੈਨਿਟੀ ਦੇ ਵਿੱਚ ਕਿੱਦਾਂ ਭੇਦਭਾਵ ਰਹੇ ਹਨ। ਇਹ ਤਾਂ ਵੱਡੇ ਇਤਿਹਾਸ ਆ ਜਿਹੜੇ ਮਤਲਬ ਖੁੱਲ ਕੇ ਸਾਹਮਣੇ ਰੱਖੇ ਗਏ। ਚਲੋ ਆਪਣੇ ਵਾਲਾ ਇਹ ਹੈ ਕਿ ਆਪਣੇ ਵਿਵਾਦ ਕਦੀ ਖੁੱਲ ਕੇ ਸਾਹਮਣੇ ਆਏ ਨਹੀਂ, ਪਰ ਜਿਹੜੇ ਆਏ ਆਪਾਂ ਉਹਨਾਂ ਤੋਂ ਹੀ ਸਿੱਖ ਲਈਏ ਜੀ ਕਿ ਜਿਊਜ਼ ਨੇ ਕਿੱਦਾਂ ਆਪਣਾ ਆਪ ਬੈਲੈਂਸ ਕੀਤਾ ਜੀ। ਤੁਸੀਂ ਮਤਲਬ ਇਸ ਗੱਲ ਦੇ ਨਾਲ ਸਹਿਮਤ ਹੋ ਵੀ ਜਿਹੜਾ ਧਰਮ ਹੈ ਉਹ ਇਨਸਾਨ ਨੂੰ ਇਨਸਾਨ ਬਣਨਾ ਸਿਖਾਉਂਦਾ ਹੈ? ਅਸੀਂ ਧਾਰਮਿਕ ਜ਼ਰੂਰ ਬਣ ਗਏ ਪਰ ਇਨਸਾਨ ਨਹੀਂ ਬਣ ਪਏ ਸ਼ਾਇਦ। ਐਗਜ਼ੈਕਟਲੀ ਭੈਣ ਜੀ, ਧਾਰਮਿਕ ਬਣਨ ਤੋਂ ਪਹਿਲਾਂ ਇਨਸਾਨ ਬਣਨਾ ਜ਼ਰੂਰੀ ਹੈ। ਜੇ ਤੁਹਾਡੇ ਅੰਦਰ ਦਇਆ ਆਊਗੀ ਤਾਂ ਧਰਮ ਆ ਸਕਦਾ। ਬਿਲਕੁਲ ਸਹੀ ਜੀ। ਤੇ ਬਾਈ ਜੀ ਇਹ ਦੱਸੋ ਕਿ ਜਿਵੇਂ ਹੁਣ ਸਮੱਸਿਆ ਪੈਦਾ ਹੋਈ ਹੈ, ਸਮੱਸਿਆ ਮੈਂ ਤਾਂ ਕਹਿ ਰਿਹਾ ਕਿਉਂਕਿ ਮੈਂ ਇੱਕ ਗੀਤਕਾਰ, ਇੱਕ ਗਾਇਕ, ਕਲਾ ਖੇਤਰ ਦੇ ਨਾਲ ਜੁੜੇ ਹੋਏ ਮਨੁੱਖ ਦੀਆਂ ਮਜਬੂਰੀਆਂ, ਉਹਦੀਆਂ ਜ਼ਰੂਰਤਾਂ, ਉਹਦੇ ਦਾਇਰੇ, ਉਹਦੇ ਅਕੀਦੇ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਕਿਉਂਕਿ ਇਸ ਖੇਤਰ ਦੇ ਵਿੱਚ ਵਿਚਰਦਿਆਂ ਸਿੱਧੇ ਤੇ ਅਸਿੱਧੇ ਤਰੀਕੇ ਦੇ ਨਾਲ 20 ਸਾਲ ਹੋਣ ਕਰਕੇ ਮੈਂ ਬਾਬਾ ਬਾਈ ਨੂੰ ਵੀ ਜਾਣਦਾ ਚੰਗੀ ਤਰ੍ਹਾਂ ਵੀ ਉਹਨਾਂ ਦੀ ਕੀ ਸੋਚ ਆ। ਉਹ ਇਕਲੌਤਾ ਬੰਦਾ ਜਿਹਦੇ ਕਰਕੇ ਮੈਨੂੰ ਇਹ ਗੱਲ ਮੈਂ ਰਸ਼ਕ ਦੇ ਨਾਲ ਕਹਿਣਾ ਕਿ ਸਰਕਾਰਾਂ ਹੀ ਵਿਕਾਉਂਦੀਆਂ ਚਿੱਟਾਂ, ਉਹ ਬੰਦਾ ਇਦਾਂ ਗੱਲ ਕਹਿ ਸਕਦਾ ਚਿੱਟੇ ਦੇ ਬਾਬਤ ਹੀ ਹੋ ਜਿਹੀਆਂ ਟਿੱਪਣੀਆਂ। ਸੋ ਜਦੋਂ ਹੁਣ ਤੁਸੀਂ ਦੇਖਦੇ ਹੋਵੋਗੇ ਵੀਡੀਓ ਪੈ ਰਹੀਆਂ ਤੁਹਾਡੇ ਬਾਰੇ ਤੇ ਰਣਜੀਤ ਬਾਵਾ ਦੇ ਬਾਰੇ, ਤੁਹਾਡੇ ਉੱਤੇ ਵੀ ਪਰਚਾ ਦਰਜ ਹੋ ਗਿਆ ਜਾਂ ਹੋਣਾ ਜਾਂ ਸਿਰਫ ਸ਼ਿਕਾਇਤ ਹੋਈ ਹੈ ਹਾਲੇ? ਮੈਂ ਫ੍ਰੈਂਕਲੀ ਦੱਸਾਂ ਭਾਜੀ, ਮੈਨੂੰ ਖੁਦ ਨਹੀਂ ਪਤਾ ਵੀ ਹੋਇਆ ਨਹੀਂ ਹੋਇਆ, ਐਪਲੀਕੇਸ਼ਨ ਹੀ ਗਈ ਆ ਸਿਰਫ ਜਾਂ ਕਿੱਦਾਂ ਹੈ, ਉਹ ਸਮਾਂ ਦੱਸੂਗਾ ਆਉਣ ਵਾਲਾ। ਵੀ ਜੇ ਹੋਇਆ ਹੋਊਗਾ ਤਾਂ ਮੇਰੇ ਕੋਲ ਸੰਮਨ ਘਰੇ ਪਹੁੰਚ ਜਾਣਗੇ ਜੀ। ਤੇ ਤੁਹਾਨੂੰ ਹਾਸਾ ਨਹੀਂ ਆਉਂਦਾ ਬਾਈ ਜੀ ਕਿ ਇਸ ਮੌਕੇ ਦੇ ਉੱਤੇ ਇਹੋ ਜੀ ਗੱਲ ਕਰਨੀ? ਜਦੋਂ PK ਫਿਲਮ ਆਉਣੀ ਸੀ ਉਦੋਂ ਵੀ ਰੌਲਾ ਪਿਆ, ਜਦੋਂ ਓ ਮਾਈ ਗੋਡ ਆਈ ਉਦੋਂ ਵੀ ਰੌਲਾ ਪਿਆ। ਤੁਹਾਨੂੰ ਕਦੇ ਕਦੇ ਇਹ ਨਹੀਂ ਲੱਗਦਾ ਕਿ ਵੀ ਭਾਈ ਅਸੀਂ ਕਿਹੋ ਜਿਹੇ ਮਨੁੱਖ ਬਣਨੇ ਸੀ ਤੇ ਕਿਹੋ ਜਿਹੇ ਬਣ ਚੁੱਕੇ ਆ? ਕਦੇ ਕਦੇ ਕੱਛਾਂ ਜਿਹੀਆਂ ਨਹੀਂ ਹੱਸਦੀਆਂ ਵੀ ਭਾਈ ਆ ਕੀ ਹੋਈ ਜਾਂਦਾ ਸਮਾਜਿਕ ਵਰਤਾਰਾ? ਆਉਂਦਾ ਹੈ ਭਾਜੀ, ਇਹ ਤਾਂ ਗੱਲ ਹੈਗੀ ਆ, ਹਾਸਾ ਤਾਂ ਆਉਂਦਾ ਹੈ ਵੀ ਅਸੀਂ ਕਿੱਥੇ ਆ ਕੇ ਖੜ ਗਏ ਆ। ਬਿਕੋਜ਼ ਅੱਜ ਅਸੀਂ ਕਹਿੰਦੇ ਹਾਂ ਕਿ ਅਸੀਂ ਇੱਕ ਡੈਮੋਕ੍ਰੇਸੀ ਦੇ ਵਿੱਚ ਜੀਂਦੇ ਹਾਂ, ਹੈ ਨਾ, ਪਰ ਇਹ ਡੈਮੋਕ੍ਰੇਸੀ ਨਹੀਂ ਹੈਗੀ, ਸੌਰੀ ਟੂ ਸੇ। ਮਸਲੇ ਹੋਰ ਦੇ ਹੋਰ ਹੀ ਬਣ ਚੁੱਕੇ ਆ। ਕਿਉਂਕਿ ਜੇ ਆਪਾਂ ਥੋੜਾ ਜਿਹਾ ਪਿੱਛੇ ਚੱਲ ਜਾਈਏ, ਨਾਮਦੇਵ ਜੀ ਦੀ ਗੱਲ ਕਰੀਏ ਜਾਂ ਰਵਿਦਾਸ ਜੀ ਦੀ ਗੱਲ ਕਰੀਏ ਜਾਂ ਗੁਰੂ ਨਾਨਕ ਜੀ ਦੀ ਗੱਲ ਕਰੀਏ, ਕਬੀਰ ਜੀ ਦੀ ਗੱਲ ਕਰੀਏ, ਗੱਲਾਂ ਉਹਨਾਂ ਨੇ ਵੀ ਕਹੀਆਂ, ਉਹਨਾਂ ਨੇ ਵੀ ਰੱਖੀਆਂ। ਤੇ ਉਦੋਂ ਵੀ ਚਲੋ ਠੀਕ ਆ, ਕੁਛ ਬੰਦੇ ਉਹਨਾਂ ਦੇ ਅਗੇਂਸਟ ਹੋਣਗੇ, ਪਰ ਅੱਜ ਅਸੀਂ ਉਹਨਾਂ ਨੂੰ ਪੜ੍ਹਦੇ ਹਾਂ, ਉਹਨਾਂ ਨੂੰ ਸੁਣਦੇ ਹਾਂ, ਉਹਨਾਂ ਨੂੰ ਵਿਚਾਰਦੇ ਹਾਂ। ਪਰ ਗੱਲ ਇਹ ਹੈ ਕਿ ਵਿਚਾਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਆ। ਪੜ੍ਹਨ ਵਾਲੇ ਵੀ ਹੋਣਗੇ, ਸੁਣਨ ਵਾਲੇ ਵੀ ਹੋਣਗੇ, ਵਿਚਾਰਨ ਵਾਲੇ ਬਹੁਤ ਘੱਟ ਆ। ਤੇ ਜੇ ਆਪਾਂ ਸਿੱਧੇ ਤੌਰ ਤੇ ਉਹਨਾਂ ਦੀ ਵਿਆਖਿਆ ਕਰਾਂਗੇ ਫਿਰ ਤਾਂ ਉਹਦੇ ਤੇ ਵੀ ਕੱਲ ਨੂੰ ਐਲੀਗੇਸ਼ਨ ਲੱਗਣਗੇ ਵੀ ਇਹ ਤੁਸੀਂ ਕੀ ਕਹਿੰਦੇ ਹੋ। ਬਿਲਕੁਲ ਸਹੀ। ਤਾਂ ਫਿਰ ਆਪਾਂ ਨੂੰ ਆਪਣੀ ਫ੍ਰੀडम ਵਾਸਤੇ ਤਾਂ ਖੜੇ ਰਹਿਣਾ ਪਊਗਾ ਜੀ। ਜੀ ਤੇ ਵੀਰ ਜੀ ਇੱਕ ਚੀਜ਼ ਹੋਰ ਕਿ ਹੁਣ ਤੱਕ ਚਲੋ ਆਪਾਂ ਵਿਵਾਦ ਦੀ ਤਾਂ ਗੱਲ ਕਰ ਲਈ, ਜਿਹੜੇ ਲੋਕ ਖਿਲਾਫ ਨੇ ਉਹਨਾਂ ਦੀ ਤਾਂ ਗੱਲ ਕਰ ਲਈ, ਪਰ ਕਿੰਨੇ ਕੁ ਲੋਕਾਂ ਦੇ ਇਹੋ ਜਿਹਾਂ ਦੇ ਤੁਹਾਡੇ ਤਾਈਂ ਸੁਨੇਹੇ ਪਹੁੰਚੇ ਨੇ ਜਿਹੜੇ ਤੁਹਾਡੇ ਹੱਕ 'ਚ ਖੜੇ ਨੇ, ਜਿਹੜੇ ਵਾਕਈ ਤੁਹਾਡੇ ਨਾਲ ਨੇ? ਖਾਸ ਕਰਕੇ ਕਲਾਕਾਰ ਭਾਈਚਾਰਾ, ਜਿਹੜੇ ਕਲਾਕਾਰ ਭਾਈਚਾਰੇ ਦੇ ਵਿੱਚ ਆਪਾਂ ਵਿਚਰਦੇ ਆ, ਜਿਹੜੇ ਕਹਿੰਦੇ ਹੁੰਦੇ ਵੀ ਭਾਈ ਮੇਰਾ ਗਾਣਾ ਸ਼ੇਅਰ ਕਰ, ਤੇਰਾ ਮੈਂ ਕਰਦਾ, ਮੇਰੀ ਥਾਂ ਤੇ ਪ੍ਰੋਗਰਾਮਾਂ 'ਚ ਤੂੰ ਲਾ ਦੇ, ਆਪਣੀ ਇਕੱਠਿਆਂ ਦੀ ਕੈਸਟ ਆਵੇ, ਆਪਾਂ ਭਰਾ, ਆਪਾਂ ਜੁੰਡੀ ਦੇ ਯਾਰ ਆ, ਆਪਾਂ ਲੰਗੋਟੀਏ ਆ, ਉਹ ਹੁਣ ਕਹਿੰਦੇ ਵੀ ਭਾਈ ਤੇਰੇ ਨਹੀਂ ਅਸੀਂ ਖੜੇ ਆ, ਸਿਰ ਢਾਹ ਕੇ ਲੜਾਂਗੇ। ਕਿਹੜੀ ਗੱਲ ਆ? ਕਿਸੇ ਨੇ ਕਿਹਾ ਕਿ ਨਹੀਂ ਏਦਾਂ? ਭਾਜੀ ਮੇਰੀ ਸੋਚ ਏਦਾਂ ਦੀ ਆ, ਜਿਹੜੇ ਮੇਰੇ ਹੱਕ 'ਚ ਨੇ ਜਾਂ ਜਿਹੜੇ ਮੇਰੇ ਅਗੇਂਸਟ ਨੇ, ਦੋਵੇਂ ਮੇਰੇ ਆਪਣੇ ਨੇ।
ਉਹ ਵੀ ਮੈਂ ਉਹਨਾਂ ਨਾਲ ਵੀ ਉਨਾ ਹੀ ਆ, ਉਹਨਾਂ ਨਾਲ ਵੀ ਉਨਾ ਹੀ ਪਿਆਰ ਆ ਮੈਨੂੰ। ਪਰ ਜਿਹੜੇ ਪੋਸਟਾਂ ਪਾ ਕੇ ਜਾਂ ਮੇਰੇ ਹੱਕ ਦੀ ਗੱਲ ਕਰ ਰਹੇ, ਮੇਰੇ ਹੱਕ ਦੀ ਨਹੀਂ, ਐਕਚੁਅਲੀ ਇਹ ਸਾਰਿਆਂ ਦਾ ਆਪੋ ਆਪਣਾ ਹੱਕ ਆ। ਜਿਹੜੇ ਹੱਕ ਦੀ ਗੱਲ ਕਰ ਰਹੇ, ਸੱਚ ਦੀ ਗੱਲ ਕਰ ਰਹੇ, ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਆ। ਜਿਨ੍ਹਾਂ ਨਹੀਂ ਕੀਤੀ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਆ ਕਿ ਠੀਕ ਆ, ਚਲੋ ਕਈ ਵਾਰੀ ਕੀ ਹੁੰਦਾ ਕਿ ਚੁੱਪ ਰਹਿ ਕੇ ਵੀ ਕਈ ਵਾਰੀ ਮਸਲੇ ਹੱਲ ਹੋ ਜਾਂਦੇ ਹੁੰਦੇ ਆ। ਸੋ ਜਿਹੜੇ ਚੁੱਪ ਰਹਿ ਕੇ ਵੀ ਦੇਖ ਰਹੇ ਆ ਉਹਨਾਂ ਦਾ ਵੀ ਧੰਨਵਾਦ। ਵੀਰ ਸਿੰਘ ਬਾਈ ਜੀ, ਇਹ ਦੱਸੋ ਕਿ ਅੱਜ ਪੰਜਾਬੀ ਗਾਇਕੀ ਦੇ ਵਿੱਚ ਬੰਦੂਕਾਂ ਦੀ ਗੱਲ ਚੱਲਦੀ ਹੈ, ਅਸੀਂ ਬੰਬਾਂ ਗਰਨੇਡਾਂ ਤੱਕ ਪਹੁੰਚ ਗਏ, ਹੁਣ ਤਾਂ ਟੈਂਕ ਲੈ ਕੇ ਵੀ ਕਲਾਕਾਰ ਸਹੇਲੀ ਦੇ ਘਰੇ ਪਹੁੰਚ ਜਾਂਦਾ। ਹੈਰਾਨੀ ਹੁੰਦੀ ਹੈ ਵੀ ਇਸ ਬੰਦੇ ਨੂੰ ਗਾਉਣ ਦੀ ਕੀ ਲੋੜ ਆ, ਇਹਨੂੰ ਕੋਈ ਕਮਾਂਡਰ ਬਣਾ ਲੈਣਾ ਚਾਹੀਦਾ, ਇਹਦੀ ਬਟਾਲੀਅਨ ਵੱਖਰੀ ਹੋਣੀ ਚਾਹੀਦੀ ਹੈ। ਇਹ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਦੇ ਵਿੱਚ ਜਾ ਕੇ ਦੁਸ਼ਮਣ ਨਾਲ ਲੋਹਾ ਲੈਣ ਦੇ ਸਮਰੱਥਾ। ਪਰ ਜਦੋਂ ਸਾਡੇ ਸਮਾਜ ਦੇ ਵਿੱਚ ਇਹ ਦੇਖਦੇ ਆ ਵੀ ਭਾਈ ਪੁਲਿਸ ਕਰਮਚਾਰੀ AK-47 ਚਲਾਉਣੀ ਸਿਖਾਉਂਦੇ ਆ, ਉਸ ਵਕਤ ਜਿਹੜੇ ਲੋਕ ਧਮਕੀਆਂ ਦਿੰਦੇ ਦੂਜਿਆਂ ਨੂੰ ਚੰਗਾ ਗਾਉਣ ਬਦਲੇ ਤੇ ਉਹਨਾਂ ਨੂੰ ਸੱਚ ਬੋਲਣ ਤੋਂ ਰੋਕਦੇ ਆ, ਤੇ ਉਦੋਂ ਪੁਲਿਸ ਕਾਰਵਾਈ ਨਹੀਂ ਕਰਦੀ। ਤੁਸੀਂ ਵੀ ਆਪਣਾ ਪੱਖ ਹੁਣ ਤੱਕ ਸ਼ਿਕਾਇਤ ਦੇ ਰੂਪ ਦੇ ਵਿੱਚ ਰੱਖਿਆ ਕਿ ਨਹੀਂ ਵੀ ਸਾਨੂੰ ਕੁਝ ਕੁ ਲੋਕ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਆ, ਸਾਡੇ ਉੱਤੇ ਹਮਲਾ ਕਰਨ ਦੀ ਗੱਲ ਕਰਦੇ ਆ, ਸਾਡੀ ਨਿੱਜਤਾ ਦੇ ਉੱਤੇ, ਸਾਡੇ ਪਰਿਵਾਰ ਦੇ ਉੱਤੇ ਸਵਾਲ ਖੜੇ ਕਰਦੇ ਆ? ਭਾਜੀ ਇਹਦੇ ਤੇ ਮੈਂ ਕਹੂੰਗਾ ਕਿ ਸ਼ਿਕਾਇਤ ਕਰਾਂ ਕਿਹਦੇ ਉੱਤੇ ਹੈ, ਤਾਂ ਉਹ ਵੀ ਆਪਣੇ। ਮੈਂ ਤਾਂ ਪੁਲਿਸ ਪ੍ਰੋਟੈਕਸ਼ਨ ਵੀ ਨਹੀਂ ਲਈ। ਮੈਨੂੰ ਸਾਰਿਆਂ ਨੇ ਕਿਹਾ ਕਿ ਤੁਸੀਂ ਪ੍ਰੋਟੈਕਸ਼ਨ ਲੈ ਲਓ ਪਰਿਵਾਰ ਕਰਕੇ ਜਾਂ ਆਪਣੇ ਕਰਕੇ, ਵੀ ਤੁਸੀਂ ਨਿਕਲਣਾ ਵੀ ਹੁੰਦਾ ਘਰੋਂ, ਜਾਂ ਜੇ ਕੋਈ ਘਰ ਤੱਕ ਆਉਂਦਾ ਆ ਤਾਂ ਜੇ ਕੋਈ ਆਉਂਦਾ ਹੈ ਉਹਦਾ ਸਵਾਗਤ ਹੈ, ਬੂਹੇ ਖੁੱਲੇ ਆ ਜੀ। ਮੈਂ ਕੋਈ ਕਿਸੇ ਦੇ ਅਗੇਂਸਟ ਕੰਪਲੇਂਟ ਨਾ ਪਾਈ ਆ, ਨਾ ਮੇਰਾ ਅਜੇ ਕੋਈ ਪਾਉਣ ਦਾ ਵਿਚਾਰ ਹੈ। ਅਨਲੈਸ ਅੰਟਿਲ ਮੈਨੂੰ ਕੋਈ ਬਹੁਤ ਜ਼ਿਆਦਾ ਪ੍ਰਵੋਕ ਨਹੀਂ ਕਰ ਦਿੰਦਾ, ਤਦ ਤੱਕ ਮੈਂ ਕੰਪਲੇਂਟ ਪਾਉਣ ਦੇ ਜਾਂ ਦਰਜ ਕਰਨ ਦੇ ਹੱਕ 'ਚ ਨਹੀਂ ਹੈਗਾ। ਪਰ ਵੀਰ ਜੀ, ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿੱਥੇ ਅੱਜ ਲੋਕ ਜਿਹੜੇ ਨੇ ਉਹ ਇੰਨਾ ਜ਼ਿਆਦਾ ਬੋਲ ਰਹੇ ਨੇ, ਇੰਨਾ ਕੁਝ ਕਰਨ ਦੇ ਲਈ ਉਤਾਰੂ ਨੇ, ਉੱਥੇ ਇੰਨਾ ਜ਼ਿਆਦਾ ਮਿੱਠੇ ਹੋ ਕੇ ਸਹਿਜ ਸੁਭਾਅ ਦੇ ਨਾਲ ਗੱਡੀ ਨਹੀਂ ਤੁਰਨੀ? ਦੇਖੋ, ਆਪਣਾ ਆਪਣਾ ਓਪੀਨੀਅਨ ਹੁੰਦਾ ਹੈ। ਮੈਨੂੰ ਲੱਗਦਾ ਕਿ ਸਿੱਖੀਜ਼ਮ ਦੇ ਵਿੱਚੋਂ ਕਿਰਪਾਨ ਚੁੱਕਣੀ ਸਾਰੇ ਸਿੱਖਦੇ ਆ, ਪਰ ਨਿਮਰਤਾ ਸਿੱਖਣ ਵਾਲੇ ਕੀ ਬਾਤ ਹੈ। ਪਰਵਰਿਸ਼ ਜਿਸ ਪਰਿਵਾਰ 'ਚ ਹੋਈ ਹੈ, ਮੈਨੂੰ ਨਿਮਰਤਾ ਪਹਿਲਾਂ ਸਿਖਾਈ ਗਈ ਸੀ। ਮੈਂ ਹੁਣ ਵੀ, ਕਿਉਂਕਿ ਨੌਜਵਾਨ ਪੀੜ੍ਹੀ ਸਾਡੀ ਬੜੀ ਜਨੂੰਨੀ ਆ, ਮੈਂ ਉਹਨਾਂ ਨੂੰ ਬੇਨਤੀ ਇਹ ਕਰਦਾ ਕਿ ਪਹਿਲਾਂ ਵਿਚਾਰਨ ਦੀ ਗੱਲ ਜਿਹੜੀ ਆ ਉਹਦੇ ਤੇ ਜ਼ਿਆਦਾ ਖੜੋ, ਉਹਨੂੰ ਦੁਬਾਰਾ ਉਹਨੂੰ ਦੇਖੋ। ਕਿਉਂਕਿ ਕਈ ਬੰਦੇ ਮੈਂ ਇਹੋ ਜਿਹੇ ਜਾਣਦਾ 50 ਸਾਲ ਹੋ ਗਏ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵਿਆਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਹ ਪੜ੍ਹੀ ਜਾ ਰਹੇ ਆ, ਸਮਝੀ ਜਾ ਰਹੇ ਕਿੰਨਾ ਬਰੀਕ ਜਾ ਸਕਦੇ ਆ, ਹੈ ਨਾ। ਉਹਦੇ ਬਾਅਦ ਉਹ ਕੋਈ ਗੱਲ ਕਰਦੇ ਆ, ਹੈ ਨਾ। ਸੋ ਮੈਂ ਉਹੀ ਕਹਿਣਾ ਵੀ ਸਾਰਿਆਂ ਨੂੰ ਇਦਾਂ ਦੇ ਬਣਨ ਦੀ ਲੋੜ ਆ। ਸਿੱਧਾ ਹਥਿਆਰ ਨਹੀਂ, ਪਹਿਲਾਂ ਮੱਤ ਜ਼ਰੂਰੀ ਆ, ਪਹਿਲਾਂ ਨਿਮਰਤਾ ਜ਼ਰੂਰੀ ਆ। ਹਥਿਆਰ ਅਖੀਰਲਾ ਰਸਤਾ ਹੁੰਦਾ, ਤੇ ਹੁਣ ਡੈਮੋਕ੍ਰੇਸੀ ਆ, ਹੁਣ ਹਥਿਆਰ ਤੱਕ ਜਾਣ ਦੀ ਲੋੜ ਵੀ ਨਹੀਂ ਪੈਂਦੀ ਮੈਨੂੰ ਲੱਗਦਾ। ਸੋ ਜੇ ਸਿੱਧੇ ਤਰੀਕੇ ਨਾਲ ਹੀ ਗੱਲ ਹੋ ਸਕਦੀ, ਨਿਮਰਤਾ ਨਾਲ ਗੱਲ ਹੋ ਸਕਦੀ ਆ, ਪਿਆਰ ਨਾਲ ਗੱਲ ਹੋ ਸਕਦੀ ਆ, ਤਾਂ ਆਪਾਂ ਪਿਆਰ ਹੀ ਵੰਡੀਏ, ਆਪਾਂ ਕਾਹਤੋਂ ਹਥਿਆਰ ਤੱਕ ਪਹੁੰਚਣਾ। ਤੇ ਬਾਈ ਜੀ, ਤੁਹਾਨੂੰ ਕਦੇ ਇਉਂ ਨਹੀਂ ਲੱਗਿਆ ਵੀ ਭਾਈ ਸਾਡੇ ਲੋਕਾਂ ਦੀ ਜਿਹੜੀ ਬੁੱਧੀ ਆ ਉਹ ਉਸ ਪੱਧਰ ਤੱਕ ਹਾਲੇ ਤੱਕ ਨਹੀਂ ਗਈ, ਸਾਡੀ ਸੋਚ ਦਾ ਲੈਵਲ, ਉਹ ਪੱਧਰ ਆ ਜਿਹੜਾ, ਉਹ ਹਾਲੇ ਤੱਕ ਉਹਨਾਂ ਨਹੀਂ ਬਣਿਆ, ਜਿਹਦੇ ਕਰਕੇ ਇਹਨਾਂ ਗੱਲਾਂ ਦੇ ਉੱਤੇ ਆਪਾਂ ਫਿਰ ਟਿੱਪਣੀਆਂ ਕਰਦੇ ਆ, ਤੱਤੇ ਭਾਰੇ ਹੋ ਜਾਂਦੇ ਆ? ਮੈਨੂੰ ਤਾਂ ਨਿੱਜੀ ਤੌਰ ਦੇ ਉੱਤੇ ਬੜੀ ਹੈਰਾਨੀ ਹੁੰਦੀ ਹੈ ਜਦੋਂ ਕੋਈ ਵੀ ਬੰਦਾ ਕਹਿੰਦਾ ਮੇਰੀ ਭਾਵਨਾ ਭਟਕ ਗਈ, ਤੇ ਇਹ ਸਾਰੇ ਸਮਾਜ ਦੀ ਭਟਕੀ ਹੈ। ਮਤਲਬ ਮੇਰੀ ਭਟਕੀ ਤੇ ਸਾਰੇ ਸਮਾਜ ਨੂੰ ਨਾਲ ਜੋੜ ਲੈਂਦੇ ਆ। ਵਿਦੇਸ਼ਾਂ ਦੇ ਵਿੱਚ ਕਿਸੇ ਦੀ ਧਾਰਮਿਕ ਭਾਵਨਾ ਨਹੀਂ ਭਟਕਦੀ, ਵਿਦੇਸ਼ਾਂ ਦੇ ਵਿੱਚ ਕਿਰਤ ਨੂੰ ਹੀ ਰੱਬ ਮੰਨਿਆ ਜਾਂਦਾ, ਸਾਰਾ ਕੁਝ ਉੱਥੇ ਆ। ਇਹ ਸਾਰਾ ਕੁਝ ਭਾਰਤ ਦੇ ਵਿੱਚ ਹੀ ਕਿਉਂ ਹੁੰਦਾ ਤੁਹਾਡੇ ਖਿਆਲ ਦੇ ਮੁਤਾਬਕ? ਦੇਖੋ, ਚਲੋ ਅਸੀਂ ਪੰਜਾਬ 'ਚ ਜਿੱਥੇ ਰਹਿ ਰਹੇ ਹਾਂ, ਹੈ ਨਾ, ਜਿਸ ਸੁਸਾਇਟੀ ਦੇ ਵਿੱਚ ਰਹਿ ਰਹੇ ਹਾਂ, ਜੇ ਉਹਦੇ ਵਿੱਚ ਕੋਈ 2-4 ਲੋਕ ਇੱਦਾਂ ਦੇ ਹੈਗੇ ਆ ਜਿਹੜੇ ਇਹਨਾਂ ਗੱਲਾਂ ਨੂੰ ਐਕਸੈਪਟ ਨਹੀਂ ਕਰਦੇ, ਉਹ ਵੀ ਆਪਣੇ ਹੀ ਭੈਣ ਭਾਈ ਨੇ। ਚਲੋ ਉਹ ਮੈਂਟਲ ਲੈਵਲ ਤੇ ਥੋੜੇ ਸਾਡੇ ਤੋਂ ਅਲੱਗ ਹੋ ਸਕਦੇ ਆ, ਉਹਨਾਂ ਦੀ ਸੋਚ ਅਲੱਗ ਹੋ ਸਕਦੀ ਆ, ਪਰ ਜੇ ਆਪਾਂ ਉਹਨਾਂ ਨਾਲ ਵੀ ਬਹਿ ਕੇ ਗੱਲਬਾਤ ਕਰਾਂਗੇ ਤਾਂ ਮੈਨੂੰ ਲੱਗਦਾ ਵੀ ਆਪਾਂ ਕੋਈ ਨਾ ਕੋਈ ਹੱਲ ਕੱਢ ਹੀ ਲਵਾਂਗੇ ਇਹਦਾ। ਕਿਉਂਕਿ ਇੱਕ ਗਰਾਊਂਡ ਤੇ ਤਾਂ ਆਉਣਾ ਹੀ ਪਊਗਾ ਸਾਨੂੰ ਸਾਰਿਆਂ ਨੂੰ। ਜੇ ਅਸੀਂ ਇੱਕ ਹਾਰਮੋਨੀ ਬਣਾ ਕੇ ਰੱਖਣੀ ਚਾਹੁੰਦੇ ਆ ਤਾਂ ਇੱਕ ਗਰਾਊਂਡ ਤੇ ਆ ਕੇ ਇਕੱਠੇ ਹੋਣਾ ਹੀ ਪਊਗਾ। ਸੋ ਉਹਨਾਂ ਨੂੰ ਵੀ ਬੇਨਤੀ ਆ ਵੀ ਦੇਖੋ, ਇਹ ਗਾਣੇ ਨੂੰ ਜੇ ਆਪਾਂ ਕਹਿੰਦੇ ਤਾਂ ਗਾਣੇ ਦੇ ਵਿੱਚ ਕੁਝ ਵੀ ਤੁਹਾਡੇ ਕਿਤੇ ਵੀ ਅਗੇਂਸਟ, ਮੈਂ ਬਾਰ-ਬਾਰ ਇਹੀ ਗੱਲ ਕਹਿਣਾ ਵੀਰੋ, ਤੁਹਾਡੇ ਅਗੇਂਸਟ ਨਹੀਂ ਹੈਗਾ। ਜਿਹੜੇ ਲੋਕੀ ਨਿੱਜੀ ਤੌਰ ਤੇ ਮੈਨੂੰ ਜਾਣਦੇ ਆ, ਮੇਰੇ ਨਾਲ ਵਿਚਰਦੇ ਆ, ਉਹ ਕਲੀਅਰਲੀ ਜਾਣਦੇ ਆ ਮੇਰੀਆਂ ਇੰਟੈਂਸ਼ਨਸ ਨੂੰ। ਹੁਣ ਜੇ ਤੁਸੀਂ ਵੀ ਜਾਣਨਾ ਚਾਹੁੰਦੇ, ਤੁਸੀਂ ਵੈਲਕਮ ਆ ਮੇਰੇ ਘਰੇ, ਤੁਸੀਂ ਆ ਜਾਓ, ਆਪਾਂ ਬਹਿ ਕੇ ਗੱਲ ਕਰ ਲਵਾਂਗੇ। ਪਰ ਇਹਦੇ ਉੱਤੇ ਏਦਾਂ ਜੇ ਤੁਸੀਂ ਕਰਨਾ ਵੀ ਹੈ ਕੁਝ, ਠੀਕ ਆ, ਤੁਸੀਂ ਕਨਸਟੀਟਿਊਸ਼ਨ ਲੈਵਲ ਤੇ ਕਰ ਸਕਦੇ ਆ, ਪਰ ਸੋਸ਼ਲ ਮੀਡੀਆ ਤੇ ਫਿਰ ਬਾਕੀ ਘਰਾਂ 'ਚ ਕਿਉਂ ਅੱਗ ਲਾ ਰਹੇ ਆ? ਸਾਡੀ ਜਵਾਨੀ ਤਾਂ ਅੱਗੇ ਇੰਨੀ ਜਨੂੰਨੀ ਆ, ਕੋਈ ਮਾੜੀ ਜੀ ਗੱਲ ਹੁੰਦੀ ਆ ਤਾਂ ਉਹ ਡਾਂਗਾ ਸੁੱਟ ਚੱਕਣ ਨੂੰ ਤਿਆਰ ਹੋ ਜਾਂਦੇ ਆ। ਤਾਂ ਉਹ ਫਿਰ ਜੇ ਕੋਈ ਖਰਾਬੀ ਹੁੰਦੀ ਆ ਤਾਂ ਫਿਰ ਉਹ ਜਾਂ ਰਿਸਪੌਂਸਿਬਿਲਿਟੀ ਤੁਸੀਂ ਮੇਰੇ ਤੇ ਪਾਓਗੇ, ਤੁਸੀਂ ਤਾਂ ਲੈਣੀ ਨਹੀਂ, ਪਾਉਣੀ ਤਾਂ ਮੇਰੇ ਤੇ ਹੀ ਐਟ ਦਾ ਐਂਡ। ਤਾਂ ਉਹ ਫਿਰ ਮੈਨੂੰ ਮਨਜ਼ੂਰ ਨਹੀਂ ਹੈਗਾ ਵੀ ਜੇ ਕੋਈ ਪੰਜਾਬ ਦਾ ਨੁਕਸਾਨ ਹੁੰਦਾ। ਜਿਹੜੇ ਤੁਸੀਂ ਸਮੁੱਚੀ ਟੀਮ ਦੇ ਮੈਂਬਰ ਹੋ, ਗਾਉਣ ਵਾਲਾ, ਗੀਤਕਾਰ, ਬਾਕੀ ਜਿਹੜੇ ਆ ਸੰਗੀਤਕਾਰ, ਬਾਕੀ ਜਿਹੜੇ ਵੀ ਸਾਥੀ ਹੋਰ ਹੁੰਦੇ ਆ ਪਿੱਠਵਰਤੀ ਕਲਾਕਾਰ ਦੇ ਤੌਰ ਦੇ ਉੱਤੇ, ਉਹ ਸਾਰੇ ਜਾਣੇ ਹੁਣ ਵੀ ਸੰਪਰਕ ਦੇ ਵਿੱਚ ਆ ਜਾਂ ਹੁਣ ਆਪੋ ਆਪਣੀ ਲੜਾਈ ਲੜੋਗੇ? ਭਾਜੀ ਗੱਲ ਏਦਾਂ ਆ, ਮੈਨੂੰ ਸੱਚ ਦੱਸਾਂ, ਮੈਨੂੰ ਫੋਨ ਹੀ ਬੰਦ ਕਰਨਾ ਪਿਆ, ਬਿਕੋਜ਼ ਮੇਰੇ ਫੋਨ ਤੇ
ਮੈਂ ਔਨ ਕਰਦਾ ਹਾਂ 1 ਮਿੰਟ ਲਈ ਔਨ ਕਰਦਾ, ਜੇ ਕੋਈ ਮੈਸੇਜ ਵੀ ਦੇਖਣਾ ਹੁੰਦਾ 1 ਮਿੰਟ ਲਈ ਔਨ ਕਰਦਾ ਤਾਂ ਉਹ ਫੋਨ ਤੇ ਫੋਨ ਚੜਿਆ ਰਹਿੰਦਾ ਹੈ ਨਾ। ਤਾਂ ਹੁਣ ਨਾ ਤਾਂ ਇੰਨਾ ਵਕਤ ਹੈਗਾ ਤੇ ਨਾ ਹੀ ਮੈਂ ਆਪਣਾ ਸਟੇਟ ਆਫ ਮਾਈਂਡ ਜਿਹੜਾ ਹਿਲਾਉਣਾ ਚਾਹੁੰਦਾ ਫੋਨ ਸੁਣ ਕੇ। ਤਾਂ ਮੈਂ ਫੋਨ ਨੂੰ ਬੰਦ ਹੀ ਰੱਖਿਆ ਹੋਇਆ। ਜੇ ਕੋਈ ਸਪੋਰਟ ਲਈ ਆ ਰਿਹਾ ਮੈਨੂੰ ਉਹ ਵੀ ਨਹੀਂ ਪਤਾ, ਜੇ ਕੋਈ ਮੇਰੇ ਅਗੇਂਸਟ ਆ ਰਿਹਾ ਮੈਨੂੰ ਉਹ ਵੀ ਨਹੀਂ ਪਤਾ ਹੈ ਜੀ। ਵੀਰ ਜੀ ਜਿੰਨਾ ਕੁ ਕੋਈ ਵੀਰ ਮੈਨੂੰ ਦਿਖਾ ਦਿੰਦਾ ਹੈ ਮਿਲਣ ਵਾਲਾ ਤਾਂ ਉਹੀ ਮੈਂ ਦੇਖ ਰਿਹਾ ਬਸ ਵੀ ਆਹ ਹੋ ਰਿਹਾ ਜੀ। ਤੁਹਾਡੇ ਲਹਿਜ਼ੇ ਤੋਂ ਇਹ ਪਤਾ ਲੱਗਦਾ ਵੀ ਤੁਸੀਂ ਬਹੁਤ ਪੜ੍ਹਦੇ ਹੋ, ਤੁਹਾਡੇ ਗੀਤਾਂ ਚੋਂ ਵੀ ਇਹ ਝਲਕਦਾ ਵੀ ਤੁਸੀਂ ਬਹੁਤ ਪੜ੍ਹਦੇ ਹੋ। ਤੇ ਕਦੇ ਤੁਸੀਂ ਇਹ ਨਹੀਂ ਸੋਚਿਆ ਵੈਸੇ ਵੀ ਅੱਜ ਕੱਲ ਜਿਹੋ ਜਿਹਾ ਜ਼ਮਾਨਾ ਹੈ ਥੋੜਾ ਜਿਹਾ ਕਮਰਸ਼ੀਅਲ ਹੋ ਕੇ ਜਿਹੜੀ ਗੀਤਕਾਰੀ ਉਹ ਕੀਤੀ ਜਾਏ, ਫੇਰ ਸ਼ਾਇਦ ਜ਼ਿਆਦਾ ਮੈਨੂੰ ਫਾਇਦਾ ਹੋਊਗਾ, ਜਿਹੜੇ ਲੋਕ ਨੇ ਉਹ ਜ਼ਿਆਦਾ ਨਾਲ ਰਲਣਗੇ, ਇਦਾਂ ਕਦੀ ਵਿਚਾਰ ਆਇਆ ਮਨ ਚ ਜਾਂ ਨਹੀਂ? ਕਿਉਂਕਿ ਅੱਜ ਕੱਲ ਗਾਣੇ ਵੀ ਤਾਂ ਬਾਈ ਜੀ ਇਹੋ ਜਿਹੇ ਚੱਲਦੇ ਆ ਨਾ ਕਿ ਉਹ ਜਿਹੜਾ ਕਿਹੜਾ ਗਾਣਾ ਸੀਗਾ ਕਿ ਬੰਦਾ ਮਾਰ ਕੇ ਕਸੂਰ ਪੁੱਛਦੇ ਤੇ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਫਲਾਣਾ ਢਿੰਗੜਾ। ਤੇ ਹੈਰਾਨੀ ਦੀ ਗੱਲ ਇਹ ਹੈ ਵੀ ਇਹਨਾਂ ਗੀਤਾਂ ਤੇ ਸਵਾਲ ਚੁੱਕਣ ਵਾਲਾ ਕੋਈ ਵੀ ਨਹੀਂ ਹੁੰਦਾ। ਸਹੀ। ਦੇਖੋ ਭੈਣ ਜੀ ਗੱਲ ਇੰਨੀ ਕਿਹਾ ਕਿ ਜੇ ਮੈਂ ਪੈਸੇ ਲਈ ਜਾਂ ਫੇਮ ਲਈ ਕਰਨਾ ਹੁੰਦਾ ਤਾਂ ਮੇਰੇ ਕੋਲ ਹੋਰ ਵੀ ਬੜੇ ਰਸਤੇ, ਕਿਉਂਕਿ ਮੈਨੂੰ ਪਤਾ ਗਾਇਕੀ 'ਚ ਪੈਸਾ ਔਖਾ ਬਣਦਾ, ਹੋਰ ਬਹੁਤ ਚੀਜ਼ਾਂ ਹੈਗੀਆਂ ਜਿਨ੍ਹਾਂ 'ਚ ਬੜਾ ਸੌਖਾ ਬਣ ਜਾਂਦਾ, ਬਹੁਤ ਛੇਤੀ ਬਣ ਜਾਂਦਾ। ਤੇ ਜੇ ਮੈਂ ਆਰਟ ਦਾ ਫੀਲਡ ਚੁਣਿਆ ਹੈ ਨਾ ਤਾਂ ਇਹ 'ਚ ਮੈਂ ਬਿਜ਼ਨਸ ਨਹੀਂ ਸੋਚਦਾ, ਮੈਂ ਬਿਜ਼ਨਸ ਟਾਰਗੇਟ ਨਹੀਂ ਕਰਦਾ। ਮੇਰੇ ਘਰ ਦਾ ਗੁਜ਼ਾਰਾ ਉਦਾਂ ਵੀ ਬਹੁਤ ਸੌਖਾ ਚੱਲਦਾ ਸੀਗਾ। ਜੇ ਮੈਂ ਜ਼ਿੰਦਗੀ 'ਚ ਕੁਝ ਨਾ ਵੀ ਕਰਾਂ, ਵਿਹਲਾ ਵੀ ਬੈਠਾ ਰਹਾਂ ਮੈਂ, ਤਾਂ ਵੀ ਮੇਰੀ ਮਾਲਕ ਨੇ ਰੋਟੀ ਲਾਈ ਹੋਈ ਆ, ਮੈਂ ਉਹਦੇ ਤੇ ਨਿਰਭਰ ਆ। ਉਹਨੇ ਸਾਰਾ ਕੁਝ ਹੀ ਮੇਰਾ ਕੀਤਾ ਹੋਇਆ, ਮੈਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਆ। ਪਰ ਜੇ ਮੈਂ ਆਰਟ ਦੀ ਫੀਲਡ ਦੇ ਵਿੱਚ ਆਇਆ ਤਾਂ ਆਪਣੇ ਮਨ ਦੀ ਖੁਸ਼ੀ ਲਈ ਆਇਆ, ਉਹ ਇਸ ਲਈ ਆਇਆ ਕਿਉਂਕਿ ਮੈਂ ਕੁਝ ਹੱਕਾਂ ਦੀ ਗੱਲ ਕਰਨਾ ਚਾਹੁੰਦਾ, ਉਹ ਇਸ ਲਈ ਆਇਆ ਕਿਉਂਕਿ ਮੈਨੂੰ ਜਿਹੜੀਆਂ ਚੀਜ਼ਾਂ, ਹੁਣ ਦੇਖੋ ਜਿਹੜਾ ਇਹ ਗਾਣਾ ਲਿਖਿਆ ਨਾ ਉਹ ਹੋਇਆ ਕੀ ਸੀਗਾ ਕਿ ਮੇਰਾ ਮਿੱਤਰ ਆ ਇੱਕ, ਉਹਦੇ ਨਾਲ ਵੀ ਗੱਲ ਹੁੰਦੀ ਸੀ। ਸਾਡੇ ਇੱਥੇ ਆਮ ਦੇਖਣ 'ਚ ਗੱਲ ਆ, ਟੈਣਾ ਸਾਹਿਬ ਤੁਸੀਂ ਵੀ ਸ਼ਾਇਦ ਗੱਲ ਦੇਖੀ ਆਬਜ਼ਰਵ ਕੀਤੀ ਹੋਊਗੀ ਵੀ ਕਮੀ ਕਈ ਵਾਰੀ ਜੱਟਾਂ ਦੇ ਘਰਾਂ 'ਚੋਂ ਸਿਰਫ 1 ਗਲਾਸੀ ਦੁੱਧ ਦੀ ਲੈ ਕੇ ਜਾਂਦੇ ਆ। ਬਿਲਕੁਲ ਸਹੀ। ਠੀਕ ਹੈ ਜੀ। ਤੇ ਉਹਦੇ ਨਾਲ 3 ਟਾਈਮ ਦੀ ਚਾਹ ਪੀਂਦਾ ਸਾਰਾ ਟੱਬਰ। ਹੁਣ 1 ਗਲਾਸੀ ਦੁੱਧ ਨਾਲ ਕਿੱਦਾਂ ਬਣ ਜਾਂਦਾ ਹੋਊ ਭਾਜੀ, ਹੈਨਾ ਜੀ। ਤੇ ਇੱਕ ਪਾਸੇ ਅਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੇ ਰੱਬਾਂ ਨੂੰ ਖੁਸ਼ ਕਰਨ ਵਾਸਤੇ ਕਿੰਨਾ ਕੁਝ ਕਰ ਰਹੇ ਹੁੰਦੇ ਆ। ਜਦੋਂ ਉਹ 1 ਗਲਾਸੀ ਲੈ ਕੇ ਜਾਣ ਵਾਲੀ ਦੇਖਦੀ ਹੋਊ ਵੀ ਇੱਕ ਬੰਦਾ ਡੋਲੂ ਭਰ ਕੇ ਤਾਂ ਉਹ ਏਦਾਂ ਪੱਥਰ ਦੇ ਉੱਤੇ ਪਾ ਰਿਹਾ ਹੈਗਾ, ਤਾਂ ਉਹਦੇ ਲਈ ਰੱਬ ਕਿੱਥੇ ਹੋਊਗਾ? ਸੋਚ ਕੇ ਦੇਖੋ, ਉਹ ਫਿਰ ਰੱਬ ਨੂੰ ਗਾਲਾਂ ਨਹੀਂ ਕੱਢਦੀ ਹੋਊਗੀ। ਅਸੀਂ ਕਿਸੇ ਦਾ ਵਿਸ਼ਵਾਸ ਤੋੜ ਰਹੇ ਹਾਂ ਰੱਬ ਤੋਂ, ਫਿਰ ਉਹ ਗੁਨਾਹ ਨਹੀਂ ਹੈਗਾ? ਉਹ ਵੀ ਤਾਂ ਉਨਾ ਹੀ ਗੁਨਾਹ ਹੈ ਨਾ। ਅਸੀਂ ਕਿਸੇ ਨੂੰ ਬਿਲਕੁਲ ਰੱਬ ਦੇ ਅਗੇਂਸਟ ਕਰਕੇ ਖੜਾ ਕਰਤਾ ਜੀ, ਉਹ ਗੁਨਾਹ ਨਹੀਂ ਹੈਗਾ? ਫਿਰ ਉਹ ਵੀ ਤਾਂ ਉਨਾ ਹੀ ਗੁਨਾਹ ਆ। ਵੀਰ ਭਾਈ ਗੱਲ ਨਾ ਅਸਲ ਦੇ ਵਿੱਚ ਇਹ ਆ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਮੇਰੇ ਨਾਲ, ਤਾਂ 2 ਮਹੀਨਿਆਂ ਬਾਅਦ 4 ਮਹੀਨਿਆਂ ਬਾਅਦ ਇਦਾਂ ਹੁੰਦਾ ਹੀ ਰਹਿੰਦਾ। ਮੈਨੂੰ ਤਾਂ ਇਸ ਗੱਲ ਦੇ ਉੱਤੇ ਬੜੀ ਹੁਣ ਹੈਰਾਨੀ ਵੀ ਨਹੀਂ ਹੁੰਦੀ ਜੇ ਅਸੀਂ ਕਿਸੇ ਧਰਮ ਵਿਸ਼ੇਸ਼ ਦੇ ਉੱਤੇ ਟਿੱਪਣੀ ਨਹੀਂ ਕਰਦੇ, ਕਿਸੇ ਕੁਰੀਤੀ ਦੇ ਉੱਤੇ ਕਰਦੇ ਆ ਨਾ, ਤਾਂ ਦੂਜੇ ਧਰਮ ਵਾਲੇ ਕਹਿ ਦਿੰਦੇ ਆ ਜਿਹਦੇ ਨਾਲ ਉਹ ਸੰਬੰਧਿਤ ਗੱਲ ਸਿੱਧੇ ਤਰੀਕੇ ਨਾਲ ਜੁੜ ਜਾਂਦੀ, ਉਹ ਕਹਿੰਦੇ ਫਲਾਣੇ ਦੇ ਵਿੱਚ ਨਹੀਂ, ਜੇ ਉਧਰ ਦੀ ਗੱਲ ਕਰੇ ਕਹਿੰਦੇ ਫਲਾਣੇ ਦੇ ਵਿੱਚ ਨਹੀਂ। ਮਤਲਬ ਇਹ ਨਹੀਂ ਸਮਝਦੇ ਵੀ ਅਸੀਂ ਸਾਰੇ ਹੀ ਉਹਦੇ ਵਿੱਚ ਸੁਧਾਈ ਕਰੀਏ, ਅਸੀਂ ਸਾਰੇ ਹੀ ਇਹਨਾਂ ਗਲਤ ਗੱਲਾਂ ਤੋਂ ਕੁਰੀਤੀਆਂ ਤੋਂ ਬਾਅਦ ਆਈਏ। ਇਹ ਗੱਲ ਕਹੀ ਜਾਂਦੀ ਆ ਫਲਾਣੇ ਦੇ ਵਿੱਚ ਵੀ ਤਾਂ ਹੈਗੀ, ਸਾਨੂੰ ਕਾਹਤੋਂ ਕਹਿੰਦੇ ਆ, ਉਹ ਕਹਿੰਦੇ ਫਲਾਣੇ 'ਚ ਹੈਗੀ, ਸਾਨੂੰ ਕਾਹਤੋਂ ਕਹਿੰਦੇ ਆ। ਇਸ ਚੱਕਰ ਦੇ ਵਿੱਚ ਹੀ ਉਲਝੇ ਪਏ ਆ ਪਈ ਇਸੇ ਚੱਕਰ 'ਚ ਭਾਜੀ ਉਲਟੀ, ਇੱਕ ਦੂਜੇ ਦੇ ਉੱਤੇ ਉਂਗਲ ਚੁੱਕਣ ਕਰਕੇ। ਰਣਜੀਤ ਬਾਵਾ ਜਾਂ ਤਾਂ ਸਾਰੇ ਮੈਨੂੰ ਫੜ ਲੈਂਦੇ ਤਾਂ ਫਿਰ ਵੀ ਗੱਲ ਸੀਗੀ, ਹਨਾ। ਪਰ ਚਲੋ ਜਿੱਦਾਂ ਵੀ ਤੁਹਾਨੂੰ ਪਤਾ ਹੀ ਹੈ ਜੋ ਮਸਲਾ ਹੋਇਆ। ਰਣਜੀਤ ਬਾਵਾ ਹੋਰਾਂ ਦੇ ਨਾਲ ਗੱਲ ਹੋਈ ਵੀ ਭਾਈ ਆਪਾਂ ਸੰਪਰਕ ਦੇ ਵਿੱਚ ਤਾਂ ਹੋਵਾਂਗੇ ਹੀ ਵੀ ਭਾਈ ਜੇਕਰ ਕੋਈ ਔਖਾ ਵੇਲਾ ਆਉਂਦਾ ਤੇ ਫਿਰ ਆਪਾਂ ਤੁਹਾਡੇ ਨਾਲ ਆ। ਮੈਂ ਬਿਲਕੁਲ ਨਾਲ ਆ ਜੀ ਉਹਨਾਂ ਦੇ, ਜੇ ਕੋਈ ਉਹਨਾਂ ਤੇ ਮੁਸੀਬਤ ਬਣਦੀ ਆ ਤਾਂ, ਕਿਉਂਕਿ ਪਹਿਲਾ ਜੇ ਇਹਨੂੰ ਤੁਸੀਂ ਗੁਨਾਹ ਸਾਬਿਤ ਕਰਨ ਦੇ ਚੱਕਰ 'ਚ ਤਾਂ ਪਹਿਲਾ ਗੁਨਾਹਗਾਰ ਤਾਂ ਮੈਂ ਹਾਂ ਜਿਹਦੇ ਵਿਚਾਰ ਹੈ ਜਿਹਨੇ ਲਿਖਿਆ, ਠੀਕ ਆ। ਸੋ ਮੈਂ ਤਾਂ ਸਿੱਧੇ ਤੌਰ ਤੇ ਕਹਿਣਾ ਕਿ ਮੈਂ ਆਪਣੀ ਸੋਚ ਤੇ ਖੜਾ ਹਾਂ, ਮੈਂ ਕਾਇਮ ਆ, ਠੀਕ ਆ। ਉਹ ਬੰਦੇ, ਉਹ ਮੇਰਾ ਵੀਰ ਆ, ਮੇਰੇ ਵੱਡੇ ਨੇ, ਮੇਰੇ ਤੋਂ ਉਮਰ 'ਚ ਵੀ, ਤਜਰਬੇ 'ਚ ਵੀ ਵੱਡੇ ਨੇ, ਤੇ ਉਹਨਾਂ ਨੇ ਗਾਇਆ ਮੇਰੇ ਲਈ ਇੰਨਾ ਹੀ ਬਹੁਤ ਹੈ ਕਿ ਉਹਨਾਂ ਨੇ ਗਾਇਆ ਉਸ ਗਾਣੇ ਨੂੰ, ਤੁਹਾਡੇ ਸਾਹਮਣੇ ਰੱਖਿਆ। ਉਹਨਾਂ ਦੀ ਅਪਰੋਚ, ਉਹਨਾਂ ਦੀ ਰੀਚ, ਉਹਨਾਂ ਦੇ ਫੈਨਸ ਮੇਰੇ ਨਾਲੋਂ ਜ਼ਿਆਦਾ ਨੇ, ਤੇ ਉਹ ਜਿਹੜਾ ਬੈਨੀਫਿਟ ਉਹਨਾਂ ਦੇਣਾ ਸੀ ਉਹ ਮੈਨੂੰ ਦੇ ਕੇ ਗਏ ਨੇ। ਮੈਂ ਜਿਹੜਾ ਮੈਸੇਜ ਰੱਖਣਾ ਚਾਹੁੰਦਾ ਸੀਗਾ ਆਪਣੇ ਸਰੋਤਿਆਂ ਸਾਹਮਣੇ ਜਾਂ ਆਪਣੇ ਭੈਣਾਂ, ਮੈਂ ਸਰੋਤੇ ਵੀ ਨਹੀਂ ਕਹਿੰਦਾ, ਮੈਂ ਕਹਿੰਦਾ ਵੀ ਮੇਰੇ ਭੈਣ ਭਾਈ ਨੇ, ਮੇਰੇ ਆਪਣੇ ਨੇ, ਤਾਂ ਮੈਂ ਉਹਨਾਂ ਨੂੰ ਸਿਰਫ ਇੱਕ ਗੱਲ, ਜਿੱਦਾਂ ਆਪਾਂ ਕੋਈ ਕਿਤਾਬ ਕਿਉਂ ਲਿਖਦੇ ਆ, ਕਿਤਾਬ ਲਿਖਣ ਦੇ 2 ਮੰਤਵ ਹੁੰਦੇ ਆ। ਜਾਂ ਤਾਂ ਅਸੀਂ ਆਪ ਦੀ ਸੋਭਾ ਸੋਚ ਰਹੇ ਹੁੰਦੇ ਵੀ ਕਿਤਾਬ ਲਿਖਣ ਨਾਲ ਮੈਂ ਔਖੇ ਅੱਖਰ ਭਰਾਂ ਵੀ ਲੋਕੀ ਕਹਿਣ ਵੀ ਯਾਰ ਕਿਆ ਲਿਖਦਾ, ਜਾਂ ਦੂਜੀ ਗੱਲ ਹੁੰਦੀ ਆ ਵੀ ਆਪਾਂ ਕੁਝ ਚੇਂਜ ਲਿਆਉਣ ਦੀ ਕੋਸ਼ਿਸ਼ 'ਚ ਹੁੰਦੇ ਆ, ਮੇਰਾ ਚੇਂਜ ਲਿਆਉਣ ਵਾਲੀ ਕੋਸ਼ਿਸ਼ ਦਾ ਮਸਲਾ ਆ, ਠੀਕ ਆ। ਤਾਂ ਉਹਦੇ 'ਚੋਂ ਹਿੱਸੇਦਾਰ ਬਣੇ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ। ਬਿਲਕੁਲ ਠੀਕ, ਬਹੁਤ ਖੂਬ ਬਾਈ ਜੀ। ਮੈਂ ਨਿੱਜੀ ਤੌਰ ਦੇ ਉੱਤੇ ਤੁਹਾਡੇ ਨਾ ਵਿਚਾਰਾਂ ਦੇ ਨਾਲ ਸਹਿਮਤ ਹਾਂ, ਹੁਣ ਵੀ ਆ ਤੇ ਪਹਿਲਾਂ ਵੀ ਸੀ, ਕਿਉਂਕਿ ਤੁਸੀਂ ਇਸ ਤੋਂ ਪਹਿਲਾਂ ਵੀ ਕਈ ਗੀਤਾਂ ਦੇ ਵਿੱਚ ਥੋੜਾ ਜਿਹਾ ਨਾ ਟੁਣਕਾ ਕੇ ਲਿਖਿਆ, ਥੋੜੀ ਜਿਹੀ ਆਰ ਲਾਈ ਆ ਵੀ ਬੰਦੇ ਨੂੰ ਬੰਦਿਆਂ ਵਾਲੇ ਕੰਮ ਕਿਵੇਂ ਕਰਨੇ ਚਾਹੀਦੇ ਆ, ਕਿਰਤ ਦੀ ਕੀ ਅਹਿਮੀਅਤ ਆ, ਤੇ ਧਰਮਾਂ ਦੇ ਚੁੰਗਲ ਦੇ ਵਿੱਚੋਂ ਆਪਾਂ ਬਾਹਰ ਨਿਕਲ ਕੇ ਤੇ ਸਹੀ ਦਿਸ਼ਾ ਦੇ ਵੱਲ ਵਧ ਗਏ, ਕਿਉਂਕਿ ਪਹਿਲਾਂ ਇਨਸਾਨੀਅਤ ਆ, ਬਾਅਦ ਦੇ ਵਿੱਚ ਸਾਰੀਆਂ ਗੱਲਾਂ। ਜੀ ਬਿਲਕੁਲ ਜੀ।
ਬਿਲਕੁਲ ਭਾਜੀ। ਤੇ ਇਹ ਦੱਸੋ ਬਾਈ ਜੀ ਕਿ ਚਲੋ ਹੁਣ ਥੋੜਾ ਜਿਹਾ ਇਸ ਵਿਸ਼ੇ ਤੋਂ ਪਰਲੀ ਗੱਲ ਕਰਦੇ ਆ। ਅੱਜ ਦੇ ਸਮੇਂ ਦੇ ਵਿੱਚ ਬਹੁਤ ਕੁਝ ਲਿਖਿਆ ਜਾ ਰਿਹਾ, ਬੜਾ ਕੁਝ ਪੇਸ਼ ਕੀਤਾ ਜਾ ਰਿਹਾ। ਗਾਉਣ ਵਾਲੇ ਜਿਹਦਾ ਜੀ ਕਰਦਾ ਉਹ ਕਹਿੰਦਾ ਵੀ ਮੇਰੇ ਕੋਲੇ ਲਿਖਣ ਤੇ ਬੋਲਣ ਦਾ ਅਧਿਕਾਰ ਆ, ਮਰਜ਼ੀ ਕਰੂੰ। ਲਿਖਣ ਵਾਲਾ ਕਹਿੰਦਾ ਵੀ ਮੇਰਾ ਕੰਮ ਚੱਲਦਾ, ਜਿਵੇਂ ਸੂਤ ਆਇਆ ਮੈਂ ਤਾਂ ਉਵੇਂ ਕਰੂੰ। ਇਸ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਤੁਹਾਡਾ ਕੀ ਨਜ਼ਰੀਆ ਇਹਦੇ ਬਾਬਤ? ਦੇਖੋ ਮੈਨੂੰ ਜਿਹੜੀ ਗੱਲ ਲੱਗਦੀ ਆ ਨਾ, ਦੇਖੋ ਫ੍ਰੀडम ਹਰ ਕਿਸੇ ਨੂੰ ਆ ਐਕਸਪ੍ਰੈਸ਼ਨ ਦੀ, ਹਰ ਕੋਈ ਆਪਣੀ ਸੋਚ ਦੇ ਮੁਤਾਬਿਕ ਲਿਖ ਸਕਦਾ। ਜੇ ਆਪਾਂ ਨੂੰ ਕੋਈ ਗੱਲ ਲੱਗਦੀ ਆ ਵੀ ਯਾਰ ਇਹ ਬੰਦਾ ਜਾਂ ਤਾਂ ਆਪਣਾ ਪੁਆਇੰਟ ਆਫ View ਰੱਖ ਨਹੀਂ ਸਕਿਆ, ਜਾਂ ਗਲਤ ਰੱਖ ਗਿਆ, ਜਾਂ ਕਿਸੇ ਤੇ ਉਂਗਲ ਚੁੱਕ ਗਿਆ, ਤਾਂ ਆਪਾਂ ਬਹਿ ਕੇ ਉਸ ਮਸਲੇ ਦਾ ਹੱਲ ਕੱਢੀਏ, ਹੈ ਨਾ, ਬਜਾਏ ਕਿ ਆਪਾਂ ਸੋਸ਼ਲ ਮੀਡੀਆ ਤੇ ਇੱਕ ਵਾਰ ਖੜੀ ਕਰ ਲਈਏ। ਉਹਦੇ ਤੇ ਡਿਬੇਟ ਕਰਨੀ ਜਿਹੜੀ ਹੈ ਨਾ ਉਹ ਬੈਟਰ ਹੁੰਦੀ ਹੈ ਆਲਵੇਜ਼। ਹੋ ਸਕਦਾ ਕਿ ਲਿਖਣ ਵਾਲਾ ਵੀ ਗਲਤ ਹੋ ਸਕਦਾ ਕਿਸੇ ਵੇਲੇ, ਉਹ ਵੀ, ਕਿਉਂਕਿ ਰੱਬ ਤਾਂ ਨਹੀਂ ਹੈਗਾ। ਜੇ ਲਿਖਣ ਵਾਲੇ ਦੀ ਗਲਤੀ ਹੋਊਗਾ ਤਾਂ ਉਹ ਮੰਨ ਲਊਗਾ, ਪਰ ਜੇ ਦੂਜਿਆਂ ਦੀ ਗਲਤੀ ਆ ਤਾਂ ਉਹਨਾਂ ਨੂੰ ਵੀ ਮੰਨ ਲੈਣੀ ਚਾਹੀਦੀ ਹੈ, ਠੀਕ ਹੈ ਨਾ। ਹੋ ਸਕਦਾ, ਕਿਉਂਕਿ ਜੇ ਆਪਾਂ ਦਾਰਸ਼ਨਿਕਾਂ ਦੀ ਗੱਲ ਕਰੀਏ ਤਾਂ ਸੁਕਰਾਤ ਨੂੰ ਇਹਦਾ ਜ਼ਹਿਰ ਹੀ ਦਿੱਤਾ ਸੀਗਾ, ਲੋਕ ਉਸ ਵੇਲੇ ਸਹਿਮਤ ਨਹੀਂ ਸੀ ਉਹਦੇ ਨਾਲ। ਤੇ ਵੀਰ ਭਾਈ ਤੁਹਾਡੇ ਹੁਣ ਤੱਕ ਕਿੰਨੇ ਗੀਤ ਆ ਜਿਹੜੇ ਉਹ ਰਿਕਾਰਡ ਹੋਏ ਹੋਣਗੇ? ਕਿੰਨੇ ਕਲਾਕਾਰਾਂ ਨੇ ਤੁਹਾਡੇ ਕਿੰਨੇ ਗੀਤ ਹੁਣ ਤੱਕ ਗਾਏ ਆ, ਅੰਦਾਜ਼ਾ? ਮੈਂ ਕਦੀ ਗਿਣਤੀ ਰੱਖੀ ਨਹੀਂ ਭਾਜੀ, ਪਰ ਮੋਟਾ ਮੈਨੂੰ ਗਾਉਣ ਵਾਲੇ ਬੰਦੇ ਜਿਹੜੇ ਨੇ ਉਹ ਅਮਰਿੰਦਰ ਭਾਜੀ ਨੇ ਸਭ ਤੋਂ ਪਹਿਲਾਂ, ਰਣਜੀਤ ਬਾਵਾ ਵੀ ਰਿਹਾ, ਗੁਰਸ਼ਬਦ ਵੀ ਰਿਹਾ, ਤੇ ਸੁਨਿਧੀ ਜੀ ਨੇ ਗਾਇਆ ਮੈਨੂੰ, ਤੇ ਇਸ ਤੋਂ ਇਲਾਵਾ ਮੇਰੇ ਖਿਆਲ ਇਹੀ ਹੈ ਜੀ, ਇਹਨਾਂ ਦੇ ਹੀ ਜ਼ਿਆਦਾ ਗੀਤ। ਤੁਸੀਂ ਖੁਦ ਵੀ ਗਾਉਂਦੇ ਹੋ, ਬਹੁਤ ਥੋੜਾ ਗਾਉਂਦੇ ਹੋ ਪਰ ਬੜਾ ਚੰਗਾ ਗਾਉਂਦੇ ਹੋ। ਤੇ ਬਤੌਰ ਗਾਇਕ ਤੁਹਾਡੇ ਕਿੰਨੇ ਕੁ ਜਿਹੜੇ ਆ ਇਹ ਨਮੂਨੇ, ਕਿੰਨੇ ਕੁ ਗੀਤ ਆ ਜਿਹੜੇ ਉਹ ਤੁਹਾਡੇ ਸਾਹਮਣੇ ਆਏ ਆ? ਮੈਨੂੰ ਲੱਗਦਾ ਕਿ 15-16 ਗੀਤ ਤਾਂ ਕਰ ਲਏ ਹੋਣਗੇ ਜੀ ਹੁਣ ਤਾਈਂ। ਤੁਸੀਂ ਬੜੀ ਸਹਿਜਤਾ ਦੇ ਨਾਲ ਚੱਲਦੇ ਹੋ, ਬੜੇ ਮੱਠੀ ਤੁਹਾਡੀ ਜਾ ਕੇ ਦੇਖਿਆ ਨਹੀਂ ਵੀ ਕਿੰਨਾ ਕੁ ਕਰ ਆਏ ਕਿੰਨਾ ਕੁ ਨਹੀਂ, ਪਰ 10-15 ਗੀਤ ਤਾਂ ਹੋਣਗੇ ਜੀ। ਤੁਹਾਡੀ ਬੜੀ ਮੱਠੀ ਚਾਲ ਆ, ਤੁਸੀਂ ਬੜੇ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਇਸ ਸੋਚ ਦੇ ਧਾਰਨੀ ਹੋ। ਮੈਂ ਤੁਹਾਨੂੰ ਜਾਣਦਾ ਬੜੇ ਲੰਮੇ ਸਮੇਂ ਤੋਂ। ਪਰ ਇਹ ਦੱਸੋ ਵੀ ਨਾ, ਕਈ ਸਾਨੂੰ ਗੀਤਕਾਰ ਮਿਲਦੇ ਆ ਜਦੋਂ ਅਸੀਂ ਚੱਜ ਦਾ ਵਿਚਾਰ ਦੇ ਵਿੱਚ ਮੁਲਾਕਾਤਾਂ ਕਰਦੇ ਆ, ਅਸੀਂ ਅਕਸਰ ਹੀ ਜਿਹੜਾ ਚੰਗਾ ਲਿਖਣ ਵਾਲੇ ਆ ਨਾ, ਹਰਮਨ ਜੀ ਪੁੱਛਦੇ ਹੁੰਨੇ ਆ। ਤੇ ਅੱਜ ਮੇਰਾ ਵੀ ਜੀ ਕਰਦਾ ਵੀ ਬਾਈ ਨੂੰ ਇਹ ਪੁੱਛਾਂ, ਬਈ ਸਾਨੂੰ ਕਹਿ ਦਿੰਦੇ ਆ ਵੀ ਭਾਈ ਜਿਹਦਾ ਬਹੁਤ ਨਾਂ ਚੱਲਦਾ ਅੱਜ ਕੱਲ੍ਹ, ਜਿਵੇਂ ਵੀ ਚੱਲਦਾ ਗੀਤਕਾਰਾਂ ਦਾ, ਉਹ ਕਹਿੰਦੇ ਵੀ ਸਾਨੂੰ ਇੱਕ ਗੀਤ ਦਾ 2 ਲੱਖ ਰੁਪਈਆ ਮਿਲਦਾ, ਅਸੀਂ ਤਾਂ ਜੀ 5 ਲੱਖ ਤੋਂ ਘੱਟ ਗਾਣਾ ਨਹੀਂ ਦਿੰਦੇ। ਏਦਾਂ ਹੁੰਦਾ ਵੀ ਇਹ ਕਿ ਫੁਕਰੀ ਹੁੰਦੀ ਹੈ ਬਸ? ਇਹ ਬਾਈ ਜਿਹਨਾਂ ਨੂੰ ਮਿਲਦਾ ਹੋਊਗਾ ਜੀ, ਮੈਨੂੰ ਤਾਂ ਪਿਆਰ ਮਿਲਦਾ, ਮੈਂ ਤਾਂ ਭੁੱਖਾਂ ਨੂੰ ਮੰਨਦਾ ਸਕੂਨ ਮਿਲਦਾ, ਮੇਰਾ ਤਾਂ ਉਹਦਾ ਨਾਲ ਘਰ ਚੱਲਦਾ ਵਧੀਆ। ਕਿਉਂਕਿ ਜੇਬ 'ਚ ਘੱਟ ਹੋਣ ਚੱਲ ਜਾਂਦਾ, ਦਿਮਾਗ 'ਚ ਜ਼ਿਆਦਾ ਚੀਜ਼ ਪੈ ਜਾਏ ਨਾ ਤਾਂ ਉਹ ਖਰਾਬ ਕਰਦੀ ਹੈ ਜੀ। ਪਰ ਸੱਖਣੀ ਦਾ ਕੋਈ ਮਸਲਾ ਨਹੀਂ ਹੁੰਦਾ ਇਹਦਾ ਜੀ। ਪਰ ਜੇ ਮੌਜੂਦਾ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਤੁਸੀਂ ਮੌਜੂਦਾ ਗਾਇਕੀ ਦੇ ਬਾਰੇ 'ਚ ਕੀ ਵਿਚਾਰ ਰੱਖਦੇ ਹੋ? ਹਾਂ, ਦੇਖੋ ਮੈਂ ਫਿਰ ਇੱਥੇ ਕਹੂੰਗਾ ਵੀ ਜਵਾਨੀ ਬਹੁਤ ਜਨੂਨੀ ਹੁੰਦੀ ਹੈ, ਤੇ ਜਨੂਨ ਜਦੋਂ ਸਿਰ ਤੇ ਚੜਦਾ ਉਦੋਂ ਹੋਸ਼ ਨਹੀਂ ਰਹਿੰਦੀ, ਠੀਕ ਹੈ ਜੀ। ਫਿਰ ਬੁੱਢੇ ਬਾਰੇ ਪਤਾ ਲੱਗਦਾ ਹੁੰਦਾ ਵੀ ਯਾਰ ਆ ਤਾਂ ਹੋਸ਼ ਗਵਾ ਕੇ ਜਿਹੜੇ ਕੰਮ ਕੀਤੇ ਉਹ ਭੁਗਤਣੇ ਪੈ ਰਹੇ ਜੀ। ਜਵਾਨੀ ਦੀ ਲੱਗੀ ਸੱਟ ਜਿਹੜੀ ਕਹਿੰਦੇ ਬੁੱਢੇ ਬਾਰੇ ਤੰਗ ਕਰਦੀ ਹੁੰਦੀ ਹੈ। ਮੈਂ ਤਾਂ ਇੱਥੇ ਫੇਰ ਕਹੂੰਗਾ ਵੀ ਠੀਕ ਆ, ਜਵਾਨੀ 'ਚ ਜਨੂਨ ਹੋਣਾ ਵੀ ਚਾਹੀਦਾ ਵਾ। ਜੇ ਜਵਾਨੀ 'ਚ ਜਨੂਨ ਨਾ ਹੋਵੇ ਤਾਂ ਫਿਰ ਉਹ ਤਾਂ ਬੁੱਢੀ ਆ, ਪਰ ਉਸ ਜਨੂਨ ਦੇ ਨਾਲ ਹੋਸ਼ ਦਾ ਹੋਣਾ ਉਦੋਂ ਵੀ ਜ਼ਿਆਦਾ ਲਾਜ਼ਮੀ ਹੋ ਜਾਂਦਾ, ਕਿਉਂਕਿ ਜਨੂਨ ਦੇ ਵਿੱਚ ਫਿਰ ਜੁਰਮ ਦੇ ਰਸਤੇ ਵੀ ਬਹੁਤ ਛੇਤੀ ਫੜ ਲਏ ਜਾਂਦੇ। ਸੋ ਹੋਸ਼ ਜ਼ਿਆਦਾ ਜ਼ਰੂਰੀ ਆ। ਹੋਸ਼ ਵਾਸਤੇ ਜ਼ਿਆਦਾ ਕੰਮ ਕਰੋ, ਉਸ ਹੋਸ਼ ਨੂੰ ਮੁੜ ਕੇ ਜਨੂਨ ਬਣਾਓ। ਉਹਦੇ ਚੋਂ ਫਿਰ ਜਿਹੜਾ ਤੁਸੀਂ ਇੱਕ ਮਸਲਾ ਇੱਕ ਸੋਚ ਲਿਆ ਵੀ ਹਾਂ ਇਹ ਮਿੱਥ ਲਿਆ ਵੀ ਆ ਮੈਂ ਕਰਨਾ, ਉੱਥੇ ਫਿਰ ਜਨੂਨ ਲੈ ਕੇ ਆਓ। ਪਰ ਜਨੂਨ ਦੇ ਨਾਲ ਹੋਸ਼ ਦੀ ਬਹੁਤ ਜ਼ਰੂਰਤ ਹੈ, ਨਹੀਂ ਤਾਂ ਤੁਸੀਂ ਦਿਸ਼ਾਹੀਣ ਹੋ ਜਾਓਗੇ, ਤੁਸੀਂ ਰਾਹ ਭਟਕ ਜਾਓਗੇ। ਤੁਸੀਂ ਹੋ ਸਕਦਾ ਕਿ ਤੁਸੀਂ ਗੈਂਗਸ ਵਾਲੇ ਚੱਕਰ 'ਚ ਨਿਕਲ ਜਾਓ, ਜਾਂ ਹੋ ਸਕਦਾ ਕਿ ਤੁਸੀਂ ਆਪਣਾ ਕੋਈ ਨੁਕਸਾਨ ਕਰ ਬੈਠੋ। ਪਹਿਲਾਂ ਹੋਸ਼ ਆ, ਉਹ ਤੋਂ ਬਾਅਦ ਫਿਰ ਜਨੂਨ ਆ। ਬਹੁਤ ਖੂਬ ਹੈ ਜੀ, ਬਹੁਤ ਕਮਾਲ ਦੀ ਗੱਲ ਹੈ। ਤੇ ਮੇਰੀ ਸਾਰੇ ਉਹਨਾਂ ਸੁਣਨ ਵਾਲਿਆਂ ਨੂੰ ਵੀ ਜਿਨ੍ਹਾਂ ਦੀ ਮੁੱਛ ਫੁੱਟਣ ਲੱਗੀ ਆ ਹਲੇ, ਜਾਂ ਜਿਹੜੇ ਹੁਣੇ ਮੁੱਛ ਫੁੱਟਣ ਤੋਂ ਬਾਅਦ ਉਹਨੂੰ ਮਰੋੜਨ ਲੱਗੇ ਆ, ਉਹਨਾਂ ਨੂੰ ਬੇਨਤੀ ਹੈ ਵੀ ਭਾਈ ਬੰਬ ਗਦਰ ਅੱਤ ਗਾਡਰ ਸਿਰਾ ਜਿਬ ਕੱਢ ਉਸਤਾਦ ਜੀ ਜਿਹੜੇ ਇਹ ਲਿਖਦੇ ਆ, ਥੋੜਾ ਜਿਹਾ ਨਾ ਸਮੇਂ ਦੀ ਹਕੀਕਤ ਨੂੰ ਪਛਾਣੀਏ। ਤੇ ਉਸਤਾਦ ਉਹ ਹੁੰਦਾ ਜਿਹੜਾ ਸਾਨੂੰ ਘਰ ਦੇ ਵਿੱਚ ਕੁਝ ਸਿਖਾਉਂਦਾ, ਮਾਪੇ ਸਾਡੇ ਉਸਤਾਦ ਆ, ਸਾਡੇ ਸਕੂਲ ਦੇ ਵਿੱਚ ਅਧਿਆਪਕ ਉਸਤਾਦ ਆ, ਜਿਹੜਾ ਸਾਨੂੰ ਰੁਜ਼ਗਾਰ ਦੇ ਲਾਉਂਦਾ ਤੇ ਸਾਨੂੰ ਸਿਖਾਉਂਦਾ ਉਹ ਸਾਡਾ ਉਸਤਾਦ ਆ, ਜਾਂ ਜਿਹਨੇ ਸਾਨੂੰ ਕੋਈ ਜ਼ਿੰਦਗੀ ਦੇ ਵਿੱਚ ਚੰਗੀ ਗੱਲ ਸਿਖਾਈ ਆ। ਇਹ ਜਿਹੜਾ ਤੁਸੀਂ ਕਿਸੇ ਨੂੰ ਵੀ ਉਸਤਾਦ ਗਾਉਣ ਵਾਲੇ ਨੂੰ ਜਿਹਦੇ 2 ਗਾਣੇ ਮਸ਼ਹੂਰ ਹੋ ਗਏ ਉਹਨੂੰ ਉਸਤਾਦ ਮੰਨਦੇ ਹੋ, ਤੁਹਾਨੂੰ ਉਹਨੇ ਬੁਗਚੂ ਵਜਾਉਣਾ ਨਹੀਂ ਸਿਖਾਇਆ, ਤੁਹਾਨੂੰ ਉਹਨੇ ਸਰੰਗੀ ਵਜਾਉਣੀ ਨਹੀਂ ਸਿਖਾਈ, ਤੁਹਾਨੂੰ ਤਬਲਾ ਵਜਾਉਣਾ ਨਹੀਂ ਸਿਖਾਇਆ, ਮਾੜਾ ਮੋਟਾ ਸਿਰ ਤੋਂ ਕੰਮ ਲੱਗੇ। ਬਾਈ ਜੀ ਕੀ ਕਹੋਗੇ ਅਖੀਰ ਦੇ ਉੱਤੇ? ਜਿਵੇਂ ਆਪਾਂ ਹਰਮਨ ਜੀ ਪੁੱਛਦੇ ਹੀ ਹੁੰਨੇ ਆ ਵੀ ਚੱਜ ਦੇ ਵਿਚਾਰ ਦੇ ਵਿੱਚ ਆ ਕੇ ਗੱਲਬਾਤ ਕਰਕੇ ਤਕਨੀਕ ਦੇ ਰਾਹੀਂ ਕਿਵੇਂ ਲੱਗਾ ਤੁਹਾਨੂੰ? ਮੈਨੂੰ ਬਹੁਤ ਵਧੀਆ ਲੱਗਿਆ। ਤੁਸੀਂ ਮੈਨੂੰ ਮੇਰੀ ਜਵਾਨੀ ਦੇ ਜਿਹੜੇ ਜਿੰਨੇ ਵੀ ਮੇਰੇ ਹਾਣ ਪ੍ਰਾਣ ਦੇ ਵੀਰ ਨੇ, ਜਾਂ ਜਿਹੜੇ ਮੇਰੇ ਤੋਂ ਸਿਆਣੀ ਉਮਰ ਦੇ ਵੀ ਨੇ, ਉਹਨਾਂ ਨਾਲ ਮੇਰਾ ਰਾਬਤਾ ਬਣਾ ਕੇ ਦਿੱਤਾ ਮੈਨੂੰ। ਇੱਕ ਤਾਂ ਮੈਂ ਇਸ ਮੀਡੀਅਮ ਦਾ ਸ਼ੁਕਰਗੁਜ਼ਾਰ ਹਾਂ
ਵੀ ਇਹਦੇ ਮਾਧਿਅਮ ਦੇ ਨਾਲ ਹੀ ਸਾਡੀ ਗੱਲਬਾਤ ਹੁੰਦੀ। ਹੁਣ ਨਹੀਂ ਤਾਂ ਇੰਨੇ ਲੋਕਾਂ ਨਾਲ ਇੱਕ ਟਾਈਮ ਤੇ ਗੱਲ ਕਰਨਾ ਪੋਸੀਬਲ ਨਹੀਂ ਹੈ, ਜਿੰਨੇ ਵੀ ਲੋਕ ਹੁਣ ਦੇਖਣਗੇ ਇਸ ਜੀ। ਵੀਡੀਓ ਨੂੰ। ਤੇ ਮੈਂ ਉਹਨਾਂ ਸਾਰਿਆਂ ਨੂੰ ਫੇਰ ਇਹੀ ਅਪੀਲ ਕਰਦਾ ਆ, ਜਿਹੜੇ ਅਗੇਂਸਟ ਵੀ ਨੇ ਉਹ ਵੀ ਮੇਰੇ ਬਹੁਤ ਆਪਣੇ ਨੇ, ਤਾਂ ਆਪਾਂ ਇੱਕ ਦੂਜੇ ਲਈ ਤਿੱਖੀ ਸ਼ਬਦਾਵਲੀ ਨਾ ਵਰਤੀਏ। ਜੀ। ਕੁਰੀਤੀਆਂ ਹਰ ਧਰਮ ਦੇ ਵਿੱਚ ਹੁੰਦੀਆਂ, ਹਰ ਧਰਮ ਦੇ ਵਿੱਚ ਮਾੜੀਆਂ ਚੰਗੀਆਂ ਚੀਜ਼ਾਂ ਹੁੰਦੀਆਂ। ਮੈਂ ਸਿਰਫ ਇਹ ਕਹਿਣਾ ਵੀ ਅਸੀਂ ਆਪਣੀਆਂ ਵਿਚਾਰ ਕੇ ਸਾਂਭ ਲਈਏ, ਵਾਰ-ਵਾਰ ਕੁਐਸਚਨਸ ਨਾ ਉੱਠਣ। ਹੁਣ ਦੇਖੋ ਨਾ, ਜੇ ਇਹ ਮਸਲਾ ਸੁੱਤਿਆ ਜਾਂਦਾ, ਸਾਂਭਿਆ ਜਾਂਦਾ, ਤਾਂ ਅਸੀਂ ਅਗਲੀ ਗੱਲ ਕਰਾਂਗੇ, ਅਗਲੀ ਨਵੀਂ ਗਰੋਥ ਦੀ ਗੱਲ ਕਰਾਂਗੇ। ਇਹ ਮਸਲਾ ਮੁੱਕੂਗਾ ਤਾਂ ਅਗਲੀ ਸੋਹਣੀ ਗੱਲ ਹੋਊਗੀ, ਅਗਲੇ ਯੁੱਗ ਦੀ ਗੱਲ ਹੋਊਗੀ, ਅਗਲੇ ਟ੍ਰੈਂਡ ਦੀ ਗੱਲ ਹੋਊਗੀ। ਸੋ ਬੇਨਤੀ ਹੈ ਹੱਥ ਜੋੜ ਕੇ ਸਾਰੇ ਭਰਾਵਾਂ ਨੂੰ, ਤੁਸੀਂ ਮੈਨੂੰ ਮਾਫੀ ਮੰਗਾਉਣ ਵਾਲੇ ਚੱਕਰ 'ਚ ਨਾ ਪਾਓ। ਤੁਸੀਂ ਇਹ ਦੇਖੋ ਵੀ ਮੈਂ ਕਿਹਾ ਕੀ ਆ, ਉਹਦੇ ਉੱਤੇ ਹੀ ਸਾਰਾ ਆਪਾਂ ਵਿਸ਼ਾ ਜਿਹੜਾ ਉਹਨੂੰ ਲੈ ਕੇ ਆਈਏ ਤੇ ਕੋਸ਼ਿਸ਼ ਕਰੀਏ ਕਿ ਅਸੀਂ ਆਪੋ ਆਪਣੇ ਵਿੱਚੋਂ ਚੀਜ਼ਾਂ ਕੱਢ ਦਈਏ ਜਿਹੜੀਆਂ ਖਰਾਬ ਨੇ ਜੀ। ਤੇ ਬਾਈ ਜੀ ਕਿੰਨੇ ਇੱਕ ਥਾਂ ਤੇ ਇੱਕ ਗਰਾਊਂਡ ਤੇ ਬਹਿ ਕੇ ਇਕੱਠੇ ਰੋਟੀ ਖਾਈਏ ਕਿਸੇ ਦਿਨ। ਵਾਹ। ਤੇ ਕਿੰਨੇ ਹੋਰ ਤੁਹਾਡੇ ਗੀਤ ਆਉਂਦੇ ਸਮੇਂ ਦੇ ਵਿੱਚ ਸਾਡੇ ਕੰਨੀ ਪੈਣਗੇ? ਇਹ ਤਾਂ ਪਤਾ ਨਹੀਂ ਭਾਜੀ, ਸਾਹ ਚੱਲਦੇ ਰਹੇ ਤਾਂ ਕੰਮ ਕਰਦੇ ਰਵਾਂਗੇ। ਵਾਹ। ਤੇ ਜੋ ਮਾਲਕ ਨੇ ਲਿਖਿਆ ਜਿੰਨੇ ਕੁ ਲਿਆਉਣੇ ਆ ਉਹ ਤਾਂ ਲੈ ਆਉਣੇ। ਮੇਰਾ ਕੋਈ ਪਲਾਨ ਤਾਂ ਨਹੀਂ ਐਸਾ ਹੈਗਾ ਵੀ ਇੰਨੇ ਆਉਣਗੇ ਜਾਂ ਐਂ ਕਰਾਂਗੇ ਜਾਂ ਮੈਂ ਆਹ ਬਣਨਾ। ਨਹੀਂ, ਬਤੌਰ ਗਾਇਕ ਵੀ ਤੁਸੀਂ ਤਿਆਰੀਆਂ ਤਾਂ ਕੀਤੀਆਂ ਹੋਣੀਆਂ। ਕਿੰਨੇ ਕੁ ਗੀਤ ਤਿਆਰ ਆ ਜਿਹੜੇ ਆਉਂਦੇ ਸਮੇਂ ਦੇ ਵਿੱਚ ਜਾਰੀ ਹੋਣਗੇ? ਭਾਜੀ ਤਿਆਰ ਇਦਾਂ ਤਾਂ ਫਿਰ ਮੇਰੇ ਕੋਲ ਡਾਇਰੀਆਂ 3 ਭਰੀਆਂ ਹੋਈਆਂ, ਤਾਂ ਫਿਰ ਉਹ ਹੁਣ ਪਤਾ ਨਹੀਂ ਪਰ ਸਾਹਮਣੇ ਕਦੋਂ ਆਉਣਗੀਆਂ। ਲਿਖੇ ਤਾਂ ਬਹੁਤ ਹੋਏ ਆ, ਪਰ ਕਦੋਂ ਰਿਕਾਰਡ ਹੁੰਦੇ ਆ, ਕਦੋਂ ਉਹ ਵਿਜ਼ੂਅਲਾਈਜ਼ ਹੁੰਦੇ ਆ, ਕਦੋਂ ਫਿਰ ਉਹ ਪਬਲਿਸ਼ ਹੁੰਦੇ ਆ, ਇਹਦੇ ਬਾਰੇ ਕੋਈ ਅਜੇ ਵਿਚਾਰ ਨਹੀਂ। ਬਿਲਕੁਲ ਜੀ। ਸਹੀ। ਤੇ ਵੀਰ ਸਿੰਘ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਕੇ। ਤੇ ਤੁਹਾਡੇ ਨਾਲ ਇਹ ਵਾਅਦਾ ਹੈ ਵੀ ਜਦੋਂ ਵੀ ਅਸੀਂ ਵਤਨ ਵਾਪਸ ਆ ਗਏ ਤੇ ਉੱਥੇ ਵੀ ਤੁਹਾਡੇ ਨਾਲ ਮਿਲ ਕੇ ਜ਼ਰੂਰ ਅਸੀਂ ਵਿਚਾਰਾਂ ਦੀ ਸਾਂਝ ਤੇ ਪਾਵਾਂਗੇ। ਇੱਕ ਬੇਨਤੀ ਹੋਰ ਆ ਕਿ ਡਟੇ ਰਹੋ, ਕਿਉਂਕਿ ਸੱਚਾ ਬੰਦਾ ਜਿਹੜਾ ਉਹ ਪਿੱਛੇ ਨਾ ਹਟੇ। ਤਾਂ ਇਹ ਗੱਲ ਚੰਗੀ ਲੱਗਦੀ ਹੈ ਜਿਹੜੇ ਸੱਚ ਦੀ ਕਦਰ ਕਰਨ ਵਾਲੇ ਆ। ਸੱਚ ਤੇ ਕੱਚ ਚੁੱਭਦਾ ਬਹੁਤ ਆ। ਅਸੀਂ ਪਿਛਾਖੜੀ ਸੋਚ ਦੇ ਧਾਰਨੀ ਨਾ ਬਣੀਏ। ਆਧੁਨਿਕਤਾ ਦੇ ਵਿੱਚ ਅਸੀਂ ਪੈਰ ਤਾਂ ਧਰ ਲਿਆ, ਪਰ ਅਸੀਂ ਸੋਚ ਦੇ ਪੱਖੋਂ ਵੀ ਆਧੁਨਿਕ ਬਣੀਏ। ਸਾਡਾ ਬੌਧਿਕ ਪੱਧਰ ਆ ਜਿਹੜਾ ਉਹ ਉੱਚਾ ਹੋਵੇ ਤੇ ਸੁੱਚਾ ਹੋਵੇ, ਇਹਦੀ ਅਸੀਂ ਆਸ ਤੇ ਅਰਦਾਸ ਕਰਦੇ। ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਵਕਤ ਦਿੱਤਾ, ਦਿਲੀ ਤੌਰ ਦੇ ਉੱਤੇ ਧੰਨਵਾਦ ਜੀ। ਥੈਂਕ ਯੂ ਹਰਮਨ ਜੀ, ਥੈਂਕ ਯੂ ਟਾਣਾ ਸਾਹਿਬ, ਥੈਂਕ ਯੂ। ਸੋ ਤੁਸੀਂ ਵੀ ਆਪਣੀ ਪ੍ਰਤੀਕਿਰਿਆ ਸਾਡੇ ਤਾਈਂ ਜ਼ਰੂਰ ਪਹੁੰਚਾਇਓ ਜੀ, ਤੇ ਅਸੀਂ ਦੁਬਾਰਾ ਤੋਂ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਸਾਨੂੰ ਦੋਵਾਂ ਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।